जगन्नाथ माधो स्वरूपं च लीला करो लोक में मानवी चारो लीला नयो पंथ सिखी बेथारी मोकंदा बिकांग महीना कुमंदन निकंदा। वाहेगुरु जी का खालसा वाहेगुरु जी की फतेह। सन्मानयोग गुरु रूप गुरु प्यारे गुरु सवारी गुरु खालसा साध संगत जी, सतगुरु श्री गुरु ग्रंथ साहिब सच्चे पातशाह जी की बड़ी महान अपर अपार कृपा मिगरामत बख्शिश होई कै भाई, जो कि समा होया गए गुर इतिहास की कथा विचार दे नाल जुड़न दा। सो आओ गुर संगत जी अपनियां मनोबिरतियां नूं एकाग्र करके छेवें पातशाह श्री गुरु हरगोबिंद साहिब सच्चे पातशाह जी के पवित्र जीवन इतिहास नाल जुड़िए। कल दे दीवान विच आपां सरबत संगतां सरवण कर लगे सां कि कीरतपुर साहिब जी की पावन अते पवित्र धरती ते सतगुरु श्री गुरु हरगोबिंद साहिब सच्चे पातशाह जी के पवित्र चरणां विच गुर संगत जी आन देवते हाजिर होए। महाराज जियां दे पावन चरणां ते उन्हां नमस्कार कीती ते गुरु हरगोबिंद साहिब सच्चे पातशाह जी की महिमा कर रहे। सदा देव पालो बिनय आप मानो। मारे सच्चे पातशाह जी तुसी देवतियां की पालना करन वाले भी हो,
ਤੇ ਸੱਚੇ ਪਾਤਸ਼ਾਹ ਜੀ ਤੁਸੀਂ ਬੇਨਤੀਆਂ ਮੰਨਣ ਵਾਲੇ, ਸਗਾਈ ਬਾਨੋ ਬ੍ਰਿੰਦ ਦੋਖੀ ਨਾ ਹਾਨੋ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੀ ਸਹਾਇਤਾ ਕਰਨ ਵਾਲੇ ਹੋ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਜਪਣ ਵਾਲਿਆਂ ਦੇ ਵਿਰੋਧੀ ਦੁਸ਼ਟ ਨੇ ਉਹਨਾਂ ਦਾ ਖਾਤਮਾ ਕਰਨ ਵਾਲੇ। ਮਹਾਰਾਜ ਰਾਜਾਨ ਰਾਜਾ ਤੇ ਰਾਜੋ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਰਾਜਿਆਂ ਦੇ ਵੱਡੇ ਰਾਜੇ ਹੋ। ਸਾਰੇ ਰਾਜੇ ਤੁਹਾਡੇ ਚਰਨਾਂ ਦੀ ਖਾਕ ਤੋਂ ਹੀ ਪੈਦਾ ਹੋਏ। ਮਹਾ ਤੇਜ ਧਾਰੀ ਕਾਰੋ ਸੰਤ ਕਾਜੋ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਹੈ। ਤੇ ਮਹਾਰਾਜ ਸਾਹਿਬ ਜੀ ਤੁਸੀਂ ਆਪਣੇ ਸੰਤਾਂ ਦੇ ਕਾਰਜ ਕਿਰਪਾ ਕਰਕੇ ਆਪ ਹੀ ਸਵਾਰਦੇ। ਇੱਥੋਂ ਤੱਕ ਵਿਚਾਰ ਆਪਾਂ ਸਭਨਾਂ ਨੇ ਕੱਲ ਦੇ ਦੀਵਾਨ ਅੰਦਰ ਸਰਵਣ ਕੀਤੀ ਸੀ। ਇਸ ਤੋਂ ਅਗਲੇਰੇ ਕੀ ਹੋਇਆ, ਆਓ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਨੂੰ ਸਰਵਣ ਕਰੀਏ। ਆਪ ਜਿਨ੍ਹਾਂ ਗੁਰਮੁਖ ਮਾਈ ਭਾਈ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰ ਲਗੇ ਹੋ। ਸ੍ਰੀ ਗੁਰੂ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਤੇ ਸੀਸ ਝੁਕਾਓ ਤੇ ਬੜੇ ਪਿਆਰ ਸਹਿਤ ਉਚਾਰਨ ਕਰੋ। ਆਖੋ ਦੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਗਨਨਾਥ ਮਾਧੋ ਸਰੂਪੰ ਛਬੀਲਾ। ਹੁਣ ਅੱਗੇ ਦੇਵਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ, ਜਗਨਨਾਥ ਮਾਧੋ। ਜਗਨ ਦਾ ਅਗਰੀ ਅਰਥ ਹੈ ਕਿ ਸਾਰਾ ਜਗਤ, ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ। ਤੇ ਸਾਰੀ ਦੁਨੀਆ ਦੇ ਅੰਦਰ ਇਕੱਲੇ ਦਿਸਣ ਵਾਲੇ ਜੀਵਾਂ ਦੀ ਗਿਣਤੀ ਨਹੀਂ, ਜਿਹੜਾ ਅਣਦਿਸਦਾ ਸੰਸਾਰ ਕੇ ਉਹਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ। ਤੇ ਨਾਲ ਅਗਲਾ ਪਿਆਰਾ ਉਹਨਾਂ ਬਚਨ ਬੇਨਤੀ ਰੂਪ ਵਿੱਚ ਆਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡਾ ਪਵਿੱਤਰ ਸਰੂਪ ਜਿਹੜਾ ਕਿ ਉਹ ਬੜਾ ਸੁੰਦਰ ਹੈ, ਸੁੰਦਰ ਸਰੂਪ ਦੇ ਮਾਲਕ। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ। ਤੇ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਦੇ ਨਾਲ ਤੁਸੀਂ ਸੁੰਦਰਤਾ ਦੇ ਘਰ ਹੋ ਜੀ। ਕਰੋ ਲੋਕ ਮੈਂ ਮਨ ਵਿਚਾਰੋ ਲੀਲਾ। ਤੇ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹੋ ਤੇ ਤੁਸੀਂ ਪਰਮਾਤਮਾ, ਪਰ ਤੁਸੀਂ ਮਨੁੱਖੀ ਸਰੀਰ ਇਸ ਕਰਕੇ ਧਾਰਨ ਕੀਤੇ ਵੀ ਇਸ ਦੁਨੀਆ ਦੇ ਅੰਦਰ ਕੋਈ ਲੀਲਾ ਕੀਤੀ ਜਾ ਸਕੇ, ਕੋਈ ਕੌਤਕ ਕੀਤਾ ਜਾ ਸਕੇ। ਇਸ ਕਰਕੇ ਮਹਾਰਾਜ ਸਾਹਿਬ ਜੀ ਤੁਸੀਂ ਸਰੀਰ ਧਾਰਨ ਕਰਕੇ ਇਸ ਸੰਸਾਰ ਦੇ ਅੰਦਰ ਕੌਤਕ ਕਰਦੇ ਪਏ ਹੋ। ਧੰਨ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੀਲਾ ਕਰਦੇ ਪਏ ਹੋ ਜੀ। ਨਯੋ ਪੰਥ ਸਿੱਖੀ ਬਿਥਾਰੀ ਮੁਕੰਦਾ। ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਮੁਕਤੀ ਦੇ ਦਾਤੇ ਹੋ। ਤੇ ਤੁਸੀਂ ਆਪ ਕਿਰਪਾ ਕਰਕੇ ਇੱਕ ਨਵਾਂ ਪੰਥ ਸਾਜਿਆ ਕਿ ਜਿਸ ਦਾ ਨਾਮ ਸਿੱਖ ਪੰਥ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਮੁਕਤੀ ਦੇ ਦਾਤੇ ਹੋ। ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਇਸ ਪੰਥ ਦੀ ਸਾਧਨਾ ਕਰਨ ਵਾਲੇ ਮਹਾਰਾਜ ਤੁਸੀਂ ਆਪ ਹੀ ਹੋ ਜੀ। ਵਿਕਾਰੰ ਮਹੀਨਾ ਕੁਬੰਧੰ ਨਿਕੰਦਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਵਕਾਰਾਂ ਤੋਂ ਰਹਿਤ ਹੋ। ਮਤਲਬ ਤੁਹਾਡੀ ਜ਼ਿੰਦਗੀ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵਕਾਰ ਨਹੀਂ। ਤੇ ਜਦੋਂ ਕੋਈ ਬੰਦਾ ਤੁਹਾਡੇ ਚਰਨਾਂ ਵਿੱਚ ਆ ਜਾਂਦਾ ਹੈ, ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਬੰਧਨਾਂ ਨੂੰ ਕੱਟਣ ਦੇ ਸਮਰੱਥਾ ਵੀ ਤੁਸੀਂ ਰੱਖਦੇ। ਤੁਸੀਂ ਵਕਾਰਾਂ ਤੋਂ ਰਹਿਤ ਹੋ। ਤੇ ਇਹ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਇਹਨਾਂ ਬੰਧਨਾਂ ਨੂੰ ਕੱਟਣ ਦੇ ਸਮਰੱਥ ਹੋ। ਜਾਣੀ ਇਹਨਾਂ ਬੰਧਨਾਂ ਨੂੰ ਮਹਾਰਾਜ ਜੀ ਤੁਸੀਂ ਆਪ ਕੱਟਦੇ ਹੋ ਜੀ। ਪਈ ਬੁੱਧ ਮਨੰ ਕਲੀ ਕਾਲ ਜਾਣੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਇਹ ਜਾਣਿਆ ਕਿ ਇਸ ਕਲਯੁਗ ਦੇ ਲੋਕਾਂ ਦੀ ਬੁੱਧੀ ਬੜੀ ਕਾਲੀ ਹੋ ਗਈ ਹੈ, ਵਕਾਰਾਂ ਦੇ ਨਾਲ ਭੈੜੀ ਹੋ ਗਈ ਹੈ। ਜਦੋਂ ਮਹਾਰਾਜ ਸਾਹਿਬ ਜੀ ਤੁਸੀਂ ਇਹ ਜਾਣਿਆ
ਕਿ ਇਸ ਕਲਯੁਗ ਵਿੱਚ ਵਿਚਰਨ ਵਾਲੇ ਲੋਕ ਜਿਹੜੇ ਨੇ, ਇਹਨਾਂ ਲੋਕਾਂ ਦਾ ਗਿਰਦਾ ਬਹੁਤ ਜ਼ਿਆਦਾ ਮੈਲਾ ਹੋ ਗਿਆ ਕਿ ਜੀ। ਲਿਓ ਵੇਦ ਸਾਰੰਗ ਰਚੀ ਚਾਰੋ ਬਾਣੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਫਿਰ ਤੁਸੀਂ ਹੀ ਪਹਿਲੇ ਸਰੂਪਾਂ ਵਿੱਚ ਇਹ ਕਿਰਪਾ ਕੀਤੀ ਤੇ ਇਸ ਬਾਣੀ ਦੀ ਰਚਨਾ ਕੀਤੀ। ਬੜੀ ਇਕਾਗਰਤਾ ਨਾਲ ਸਮਝਣਾ, ਦੇਵਤੇ ਕਹਿ ਰਹੇ ਕਿ ਗੁਰੂ ਨਾਨਕ ਵੀ ਤੁਸੀਂ ਹੋ, ਸ੍ਰੀ ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ, ਮਹਾਰਾਜ ਸਾਹਿਬ ਦੀ ਇਸ ਬਾਣੀ ਦੀ ਰਚਨਾ ਕਰਨ ਵਾਲੇ ਵੀ ਤੁਸੀਂ ਹੋ, ਤੇ ਬਾਣੀ ਨੂੰ ਸੰਗ੍ਰਹਿ ਮਤਲਬ ਇਕੱਠੀ ਕਰਨ ਵਾਲੇ ਵੀ ਤੁਸੀਂ ਹੋ। ਸਤਿਗੁਰੂ ਮਹਾਰਾਜ ਜੀ, ਜਦੋਂ ਤੁਸੀਂ ਇਹ ਵੇਖਿਆ ਵੀ ਸੰਸਾਰ ਦੇ ਜੀਵਾਂ ਦੀ ਮੱਤ ਬੜੀ ਭੈੜੀ ਹੋ ਗਈ ਹੈ, ਤੇ ਮਹਾਰਾਜ ਇਹਨਾਂ ਲੋਕਾਂ ਦੀ ਮੱਤ ਨੂੰ ਸ਼ੁੱਧ ਕਰਨ ਵਾਸਤੇ ਤੁਸੀਂ ਕਿਰਪਾ ਕਰਕੇ ਇਸ ਪਾਵਨ ਬਾਣੀ ਦੀ ਫਿਰ ਰਚਨਾ ਕੀਤੀ। ਸ੍ਰੀ ਗੁਰੂ ਮਹਾਰਾਜ ਜੀ, ਤੁਸੀਂ ਕਿਰਪਾ ਕਰਕੇ ਇਸ ਬਾਣੀ ਨੂੰ ਰਚ ਦੇਣਾ ਕੀਤਾ ਕਿ ਜੀ। ਉਠੰਤੇ ਸੁਨੰਤੇ ਹਨੰਤੇ ਕਲੰਕਾ। ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਸਿੱਖ ਇਸ ਬਾਣੀ ਨੂੰ ਪੜ੍ਹਦੇ ਨੇ, ਜਾਂ ਹਮਾਰੇ ਸੱਚੇ ਪਾਤਸ਼ਾਹ ਜੀ ਜਿਹੜੇ ਸਿੱਖ ਇਸ ਬਾਣੀ ਨੂੰ ਸੁਣਦੇ ਨੇ, ਪੜ੍ਹਨ ਅਤੇ ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚੋਂ ਮਹਾਰਾਜ ਕਲੰਕ ਖਤਮ ਹੋ ਜਾਂਦੇ। ਬਾਣੀ ਪੜ੍ਹਨ ਵਾਲੇ ਤੇ ਬਾਣੀ ਸੁਣਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪਣੇ ਅੰਦਰ ਦੇ ਕਾਲਖ ਨੂੰ ਖਤਮ ਕਰ ਲੈਂਦੇ। ਬਾਣੀ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਹਿਰਦੇ ਦੇ ਅੰਦਰ ਦੀ ਕਾਲਖ ਦਾ ਖਾਤਮਾ ਹੋ ਜਾਂਦਾ ਕਿ ਜੀ। ਲਹੇ ਮੋਖ ਕੋ ਅੰਤਿਕੇ ਨਾ ਅਤੰਕਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਣੀ ਪੜ੍ਹਨ ਵਾਲੇ ਤੇ ਬਾਣੀ ਸੁਣਨ ਵਾਲੇ ਜਿਹੜੇ ਨੇ ਮਹਾਰਾਜ, ਉਹਨਾਂ ਨੂੰ ਮੁਕਤੀ ਦੀ ਦਾਤ ਮਿਲਦੀ ਹੈ, ਤੇ ਉਹਨਾਂ ਸਭਨਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿੰਦਾ, ਕੋਈ ਭੈ ਨਹੀਂ ਰਹਿੰਦਾ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਹਿਰਦੇ ਦੇ ਅੰਦਰੋਂ ਡਰ ਅਤੇ ਭੈ ਜਿਹੜਾ ਕਿ ਉਹ ਸਾਰੇ ਦਾ ਸਾਰਾ ਖਤਮ ਹੋ ਜਾਂਦਾ ਕਿ ਜੀ। ਇਹ ਬੰਸ ਬੇਦੀ ਵਿਖੇ ਸੰਤ ਮੰਤਾ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਬੇਦੀ ਕੁਲ ਦੇ ਵਿੱਚ ਆਪਣਾ ਅਵਤਾਰ ਧਾਰਨ ਕੀਤਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੀ ਤੁਸੀਂ। ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਕਰਕੇ ਆਪਣੀ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਕਿ ਬੇਦੀਆਂ ਦੀ ਕੁਲ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਆ। ਅਗਲਾ ਬਚਨ ਸਾਹਿਬਾਂ ਨੇ ਇਹ ਵਰਤਿਆ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਫਿਰ ਕਹਿੰਦੇ ਸਭ ਸਿੱਖਣ ਕੋ ਸੁਖ ਦਏ। ਕਿ ਪ੍ਰਗਟ ਹੋ ਕਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਭਨਾ ਸਿੱਖਾਂ ਨੂੰ ਸੁਖ ਦਿੱਤਾ ਕਿ ਜਹੇ ਤਹਿ ਭਏ ਸਗਾਏ। ਤੇ ਜਿੱਥੇ ਕਿਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ। ਹੁਣ ਇਹ ਬਚਨ ਤੁਸੀਂ ਚੇਤਾ ਰੱਖਣਾ, ਅਸੀਂ ਬੋਲ ਚਾਲ ਵਿੱਚ ਗੁਰੂ ਨਾਨਕ ਦੇਵ ਕਹਿੰਦੇ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਪ੍ਰਗਟੇ ਨਾਨਕ ਰਾਏ। ਇਹ ਬਚਨ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਚ ਆਖਿਆ। ਸੋ ਖੈਰ ਕਵੀ ਜੀ ਦਾ ਪਿਆਰਾ ਬਚਨ ਕੇ ਬੜੇ ਪਿਆਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਦੇਵਤੇ ਬੇਨਤੀ ਕਰਕੇ ਕਹਿੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਬੇਦੀਆਂ ਦੀ ਕੁਲ ਅੰਦਰ ਪ੍ਰਗਟ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਸ਼ਾਂਤ ਸਰੂਪ, ਬੜਾ ਸ਼ਾਂਤ ਸੁਭਾਅ ਤੇ ਸ਼ਾਂਤੀ ਨੂੰ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਉਦੋਂ ਸੰਸਾਰ ਅੰਦਰ ਪ੍ਰਗਟ ਹੋਏ ਕੋ ਜੀ। ਜੀਉ ਸਤਨਾਮੁ ਮਹਾਨੰਤਰ ਜਨਤਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਤੁਸੀਂ ਪਹਿਲੇ ਜਾਮੇ ਦੇ ਅੰਦਰ ਵਿਚਰਦਿਆਂ ਹੋਇਆਂ ਸੰਸਾਰ ਦੇ ਲੋਕਾਂ ਨੂੰ ਸੱਚੇ ਨਾਮ ਦਾ ਜਾਪ ਦਿੱਤਾ। ਸਤ ਨਾਮ ਦਾ ਅਖਰੀ ਅਰਥ ਕਿ ਉਹ ਨਾਮ ਜਿਹੜਾ ਸਦਾ ਸਤ ਰਹਿਣ ਵਾਲਾ ਹੈ। ਤੇ ਜਿਹੜਾ ਨਾਮ ਸਦਾ ਸਤ ਜਿਨੇ ਰਹਿਣਾ, ਉਹ ਕਿਹੜਾ ਨਾਮ? ਉਸ ਨਾਮ ਦਾ ਨਾਮ ਅਗੇ ਵਾਹਿਗੁਰੂ। ਫਿਰ ਸਮਝਣਾ ਸਤ ਨਾਮ ਵਾਹਿਗੁਰੂ ਦੀ ਪਰਿਭਾਸ਼ਾ ਅਗੇ ਵਾਹਿਗੁਰੂ ਬਾਰੇ ਦੱਸਦਾ ਕਿ ਸਤਨਾਮ। ਸਤ ਨਾਮ, ਸਤ ਦਾ ਅਖਰੀ ਅਰਥ ਕਿ ਸੱਚ, ਸਦਾ ਰਹਿਣ ਵਾਲਾ ਨਾਮ। ਤੇ ਉਹ ਨਾਮ ਕੀ ਗਏ? ਉਹ ਨਾਮ ਅਗੇ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਕਰਕੇ ਆਖਿਆ ਸਤਿਗੁਰੂ ਤੁਸੀਂ ਕਿਰਪਾ ਕਰਕੇ ਪਹਿਲੇ ਜਾਮੇ ਅੰਦਰ ਵਿਚਰਦਿਆਂ ਹੋਇਆਂ ਸੰਸਾਰ ਦੇ ਲੋਕਾਂ ਨੂੰ ਸੱਚੇ ਨਾਮ ਦੀ ਦਾਤ ਦਿੱਤੀ ਹੈ।
ਸੱਚਾ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਝੋਲੀ ਅੰਦਰ ਪਾਇਆ ਗਏ ਜੀ। ਨਵੇਂ ਖੰਡ ਮਾਹੀ ਕਰੀ ਕਿਤ ਮੰਡਮ। ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜਿੰਨੀ ਧਰਤੀ ਗਏ ਸਾਰੇ ਦੀ ਸਾਰੀ ਧਰਤੀ ਦੇ ਉੱਪਰ ਪਰਮਾਤਮਾ ਦੀ ਕੀਰਤੀ ਜਿਹੜੀ ਕਿ ਉਹ ਤੁਸੀਂ ਕਿਰਪਾ ਕਰਕੇ ਸਥਾਪਿਤ ਕੀਤੀ। ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਰੱਬ ਕੀ ਕਿ ਤੇ ਰੱਬ ਦੀ ਮਹਿਮਾ ਕਿਵੇਂ ਕਰਨੀ ਹੈ ਤੇ ਪਰਮੇਸ਼ਰ ਦੇ ਬਾਰੇ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਸਾਰ ਦੇ ਲੋਕਾਂ ਨੂੰ ਮੁਕੰਮਲ ਰੂਪ ਵਿੱਚ ਤੁਸਾਂ ਕੀ ਦੱਸਣਾ ਕੀਤਾ ਕਿ ਜੀ ਗੁਰੂ ਰੂਪ ਹੋਏ ਮਤਮ ਖੰਡ ਖੰਡਮ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਲੋਕ ਹੰਕਾਰ ਦੇ ਨਸ਼ੇ ਦੇ ਅੰਦਰ ਚੂਰ ਸਨ ਨਾ, ਮਹਾਰਾਜ ਸਾਹਿਬ ਦੀ ਤੁਸੀਂ ਕਿਰਪਾ ਕੀਤੀ ਪਹਿਲੇ ਜਾਮੇ ਅੰਦਰ ਵਿਚਰਦਿਆਂ ਹੋਇਆਂ ਉਹਨਾਂ ਦੇ ਹੰਕਾਰ ਦੇ ਟੁਕੜੇ ਟੁਕੜੇ ਕਰ ਦਿੱਤੇ। ਹੰਕਾਰ ਇੱਕ ਏਦਾਂ ਦੀ ਚੀਜ਼ ਕਿ ਜਿਹੜੀ ਮਨੁੱਖ ਨੂੰ ਪਰਮਾਤਮਾ ਦੇ ਲਾਗੇ ਬਿਲਕੁਲ ਨਹੀਂ ਜਾਣਦੇ। ਹੰਕਾਰ ਕਿਸੇ ਵੀ ਚੀਜ਼ ਦਾ ਹੋਵੇ, ਭਾਵੇਂ ਉਹ ਧਨ ਪਦਾਰਥਾਂ ਦਾ ਕਿ ਭਾਵੇਂ ਗਰੀਬੀ ਦਾ ਵਾ। ਤੁਸੀਂ ਕਦੇ ਨਹੀਂ ਵੇਖਿਆ ਨਾ, ਪਰ ਦਾਸ ਨੇ ਵੇਖਿਆ ਲੋਕਾਂ ਨੂੰ ਗਰੀਬੀ ਦਾ ਵੀ ਹੰਕਾਰ ਹੁੰਦਾ ਵੀ ਅਸੀਂ ਕੰਗਾਲ ਆ ਜੀ, ਸਾਡੇ ਵਰਗਾ ਤੇ ਕੋਈ ਨਹੀਂ। ਇਸ ਗੱਲ ਦਾ ਵੀ ਹੰਕਾਰ ਹੁੰਦਾ, ਬਹੁਤ ਹੁੰਦਾ ਹੈ। ਤੇ ਇਸ ਗੱਲ ਦਾ ਪ੍ਰਗਟਾਵਾ ਸਭ ਤੋਂ ਵੱਧ ਗੁਰਦੁਆਰੇ ਆ ਕੇ ਕੀਤਾ ਜਾਂਦਾ। ਮੱਥਾ ਨਹੀਂ ਟੇਕਣਾ, ਪਰ ਅਸੀਂ ਗਰੀਬ ਆਂ ਦੀ ਸਿਰ ਵੀ ਨਹੀਂ ਢੱਕਣਾ, ਜਾਵਾਂਗੇ ਨੰਗੇ ਸਿਰ ਲੰਗਰ ਤੱਕ। ਪਰ ਜੇ ਕੋਈ ਕਵੇ ਤੇ ਫਿਰ ਕਹਿਣਾ ਅਸੀਂ ਗਰੀਬ ਹੁੰਦੇ। ਇਸ ਗੱਲ ਦਾ ਪ੍ਰਗਟਾਵਾ ਵੀ ਗੁਰਦੁਆਰੇ 'ਚ ਕੀਤਾ ਜਾਂਦਾ। ਭਾਈ ਸਾਹਿਬ ਦਾ ਪਿਆਰਾ ਬਦਨ ਕੇ ਬੜੇ ਪਿਆਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਆਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਸਰੂਪ ਵਿੱਚ ਤੁਸੀਂ ਇਹ ਕਿਰਪਾ ਕੀਤੀ ਜਿਹੜੇ ਹੰਕਾਰੇ ਹੋਏ ਲੋਕ ਸਨ ਉਹਨਾਂ ਦੇ ਹੰਕਾਰ ਦੇ ਟੁਕੜੇ ਕਰ ਦਿੱਤੇ। ਮਹਾਰਾਜ ਸਾਹਿਬ ਜੀ ਉਹਨਾਂ ਦੇ ਹੰਕਾਰ ਨੂੰ ਤੁਸੀਂ ਨੇ ਖਤਮ ਕਰਨਾ ਕੀਤਾ ਕਿ ਜੀ ਕਰਿਓ ਕੋ ਨ ਆਗੇ ਕਰਾ ਮਾਤ ਭਾਰੇ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲੇ ਸਰੂਪ ਵਿੱਚ ਵੀ ਜਦੋਂ ਤੁਸੀਂ ਵਿਚਰੇ ਹੋ ਨਾ ਤੇ ਮਹਾਰਾਜ ਸਾਹਿਬ ਜੀ ਤੁਹਾਡੇ ਸਾਹਮਣੇ ਕੋਈ ਬੰਦਾ ਨਹੀਂ ਅੜਿਆ। ਭਾਵੇਂ ਬਲੀ ਕੰਧਾਰੀ ਆ ਗਿਆ, ਭਾਵੇਂ ਨੂਰ ਸ਼ਾਹ ਜਾਦੂ ਕਰਨੀ ਆ ਗਈ ਆ, ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਹਮਜਾ ਗੌਸ ਵਰਗੇ ਪੀਰ ਆ ਗਏ ਨੇ, ਭਾਵੇਂ ਗੁਰਦੁਆਰ ਤੇ ਜਗਨਨਾਥਪੁਰੀ ਦੇ ਪਾਂਡੇ ਆ ਗਏ ਨੇ, ਭਾਵੇਂ ਮੱਕੇ ਦੇ ਮੌਲਵੀ ਆ ਗਏ ਨੇ। ਮਹਾਰਾਜ ਸਾਹਿਬ ਜੀ ਤੁਹਾਡੇ ਸਾਹਮਣੇ ਅੜਿਆ ਨਹੀਂ ਕੋਈ। ਤੁਸੀਂ ਇੰਨੇ ਮਹਾਨ ਸੀ ਪਹਿਲੇ ਜਾਮੇ ਵਿੱਚ ਕਿ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਬੰਦਾ ਨਹੀਂ ਅੜ ਸਕਿਆ ਜੀ। ਜਸ਼ਨ ਚਾਰੋ ਫੈਲਾ ਜਪੇ ਨਾਮ ਸਾਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲੇ ਜਾਮੇ ਦੇ ਅੰਦਰ ਵਿਚਰਦਿਆਂ ਹੋਇਆਂ ਹੀ ਤੁਹਾਡੀ ਮਹਿਮਾ ਜਿਹੜੀ ਸੀ ਉਹ ਚਾਰੇ ਪਾਸੇ ਫੈਲ ਗਈ, ਚਾਰੇ ਪਾਸੇ ਪਸਰ ਗਈ। ਹਰ ਬੰਦੇ ਨੂੰ ਤੁਸੀਂ ਪਰਮਾਤਮਾ ਦੇ ਨਾਮ ਬਾਰੇ ਦੱਸਿਆ ਤੇ ਉਂਝ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਸਾਰੇ ਲੋਕ ਤੁਹਾਡਾ ਨਾਮ ਜਪਣ ਲੱਗ ਪਏ। ਸਾਰੇ ਲੋਕ ਤੁਹਾਨੂੰ ਜਾਣਨ ਲੱਗ ਪਏ। ਜਿਨ੍ਹਾਂ ਨੇ ਮਹਾਰਾਜ ਦਾ ਦੀਦਾਰ ਨਹੀਂ ਕੀਤਾ ਇਹਦਾ ਮਤਲਬ ਇਹ ਨਹੀਂ ਕਿ ਉਹ ਬਾਬੇ ਨੂੰ ਜਾਣਦੇ ਨਹੀਂ ਸਨ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਤੁਹਾਨੂੰ ਜਾਣਨ ਲੱਗ ਪਏ ਗਨ ਦੀ। ਮਹਾਮੋ ਸੋਡੀ ਹਿਰਦੇ ਕਾਨਨੋ ਮੈਂ। ਅਸਲ ਵਿੱਚ ਕਵੀ ਜੀ ਨੇ ਸ਼ਬਦ ਜੜਾ ਕੇ ਉਹ ਵਰਤਿਆ ਕਿ ਸੌਂਡੀ, ਸੱਸੇ ਕਨੌੜਾ ਉੱਪਰ ਨਾਲ ਬਿੰਦੀ ਪਾ ਕੇ ਡੱਡੇ ਬਿਹਾਰੀ ਸੌਂਡੀ। ਇਹਦਾ ਅਖਰੀ ਅਰਥ ਹੁੰਦਾ ਹਾਥੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਬਾਹਰ ਜੰਗਲਾਂ ਅੰਦਰ ਹਾਥੀ ਫਿਰਦੇ ਆ ਨਾ, ਇਸੇ ਪ੍ਰਕਾਰ ਇਸ ਬੰਦੇ ਦੀ ਜ਼ਿੰਦਗੀ ਵਿੱਚ ਵੀ ਇੱਕ ਹਾਥੀ ਫਿਰਦਾ ਕਿ ਉਸ ਹਾਥੀ ਦਾ ਨਾਮ ਅਗੇ ਮੋਹ। ਮੋਹ ਬੜਾ ਪ੍ਰਬਲ ਹਾਥੀ ਆ, ਇਹ ਖਹਿੜਾ ਨਹੀਂ ਛੱਡਦਾ। ਮਹਾਰਾਜ ਸੱਚੇ ਪਾਤਸ਼ਾਹ ਬੰਦੇ ਦੀ ਜ਼ਿੰਦਗੀ ਅੰਦਰ ਵੀ ਇੱਕ ਏਦਾਂ ਦਾ ਹਾਥੀ ਫਿਰਦਾ ਕਿ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਹਾਥੀ ਦਾ ਨਾਮ ਮੋਹ ਹੈ ਜੀ। ਬੜੋ ਬਾਗ ਸ਼ੇਰੰਗ ਤੁਮਾਰੋ ਜਨੋ ਮੈਂ। ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਵੇਂ ਜੰਗਲ ਵਿੱਚ ਹਾਥੀ ਹੋਰ ਕਿਸੇ ਤੋਂ ਕਾਬੂ ਨਹੀਂ ਹੁੰਦਾ, ਜੇ ਕਾਬੂ ਹੁੰਦਾ ਤੇ ਸਿਰਫ ਸ਼ੇਰ ਤੋਂ ਹੁੰਦਾ ਹੈ। ਸ਼ੇਰ ਹੀ ਕਾਬੂ ਕਰਦਾ ਉਹਨੂੰ ਜੰਗਲ ਅੰਦਰ। ਇਸੇ ਪ੍ਰਕਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਹਰ ਬੰਦੇ ਦੀ ਜ਼ਿੰਦਗੀ ਅੰਦਰ ਇੱਕ ਹਾਥੀ ਗਏ, ਉਸ ਹਾਥੀ ਦਾ ਨਾਮ ਅਗੇ ਮੋਹ। ਤੇ ਮਹਾਰਾਜ ਸਾਹਿਬ ਦੀ ਮੋਹ ਰੂਪੀ ਹਾਥੀ ਜਿਹੜਾ ਹੋਰ ਕਿਸੇ ਤੋਂ ਨਹੀਂ ਕਾਬੂ ਹੁੰਦਾ, ਇਸ ਹਾਥੀ ਨੂੰ ਕਾਬੂ ਕਰਨ ਵਾਸਤੇ ਤੁਸੀਂ ਸ਼ੇਰ ਦਾ ਰੂਪ। ਮਹਾਰਾਜ ਸਾਹਿਬ ਜੀ ਤੁਸੀਂ ਇਸ ਹਾਥੀ ਨੂੰ ਵੀ ਕਾਬੂ ਕਰ ਲੈਂਦੇ ਹੋ। ਇਸ ਬੰਦੇ ਦੇ ਹਿਰਦੇ ਦੇ ਮੋਹ ਰੂਪੀ ਹਾਥੀ ਨੂੰ ਖਤਮ ਕਰਨ ਵਾਸਤੇ ਮਹਾਰਾਜ ਤੁਸੀਂ ਸ਼ੇਰ ਸਮਾਨ ਹੋ ਦੀ। ਕਈ ਕੋਟ ਦਾਸਨ ਕੋ ਪਾਰ ਕੀਨੋ। ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਤੱਕ ਤੁਸਾਂ ਨੇ ਜੇ ਮੈਂ ਗਿਣਤੀ ਕਰਨ ਲੱਗਾ ਤੇ ਗਿਣਤੀ ਤੋਂ ਬਾਹਰ ਦੀ ਗੱਲ ਆ
ਬਸ ਇੰਨਾ ਹੀ ਕਹਿ ਸਕਦਾ ਵੀ ਕਈ ਕਰੋੜਾਂ ਤੁਹਾਡੇ ਇਦਾਂ ਦੇ ਗੁਰਮੁਖ ਪਿਆਰੇ ਚਰਨਾਂ ਦੇ ਸੇਵਾਦਾਰ ਨੇ ਜਿਨ੍ਹਾਂ ਦਾ ਤੁਸੀਂ ਪਾਰ ਉਤਾਰਾ ਕਰ ਦਿੱਤਾ। ਕਰੋੜਾਂ ਸ੍ਰੀ ਗੁਰੂ ਮਹਾਰਾਜ ਜੀ, ਕਰੋੜਾਂ ਤੁਹਾਡੇ ਇਦਾਂ ਦੇ ਸਿੱਖ ਨੇ ਸ੍ਰੀ ਗੁਰੂ ਮਹਾਰਾਜ ਜੀ ਜਿਨ੍ਹਾਂ ਦਾ ਤੁਸੀਂ ਪਾਰਾ ਉਤਾਰਾ ਕਰ ਦਿੱਤਾ ਕਿ ਜੀ ਭਜਨ ਰੂਪ ਉਤਾਰੇ ਪਲੋ ਪੰਥ ਦੀ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਛੇਵਾਂ ਰੂਪ ਆਪਣਾ ਧਾਰਨ ਕੀਤਾ। ਖੜ ਦਾ ਕਰੀ ਅਰਥ ਕੀ ਛੇ, ਖਟਮ ਦਾ ਕਰੀ ਅਰਥ ਕੀ ਛੇਵਾਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਹੁਣ ਆਪਣਾ ਇਹ ਛੇਵਾਂ ਸਰੀਰ ਧਾਰਨ ਕੀਤਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਛੇਵੇਂ ਸਰੀਰ ਦੇ ਅੰਦਰ ਵੀ ਤੁਸੀਂ ਬੇਅੰਤ ਲੋਕਾਂ ਨੂੰ ਭੌਤਿਕ ਸੰਸਾਰ ਤੋਂ ਪਾਰ ਲੰਘਾ ਦਿੱਤਾ ਹੈ। ਛੇਵੇਂ ਸਰੂਪ ਅੰਦਰ ਵੀ ਮਹਾਰਾਜ ਬੇਅੰਤ ਲੋਕਾਂ ਦਾ ਕਿਰਪਾ ਕਰਕੇ ਤੁਸਾਂ ਨੇ ਭਲਾ ਕਰ ਦਿੱਤਾ ਕਿ ਜੀ ਗੁਰੂ ਸਿੱਖ ਕਹਿ ਨੇਰ ਜਾਵੇ ਨਾ ਦੂਤ। ਇਥੋਂ ਤੱਕ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡੀ ਸਿੱਖਿਆ ਤੇ ਚੱਲਦਾ ਹੈ ਨਾ, ਸ੍ਰੀ ਗੁਰੂ ਮਹਾਰਾਜ ਉਹਦੇ ਲਾਗੇ ਜਮ ਦਾ ਦੂਤ ਵੀ ਨਹੀਂ ਜਾਂਦਾ, ਜਮਦੂਤ ਉਹਦੇ ਲਾਗੇ ਨਹੀਂ ਜਾਂਦਾ। ਗੁਰੂ ਸਿੱਖ ਕਹਿ ਨੇਰ ਜਾਵੇ ਨਾ ਦੂਤੰ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਪਿਆਰੇ ਸਿੱਖ ਨੇ ਇਹਨਾਂ ਸਿੱਖਾਂ ਦੇ ਲਾਗੇ ਜਮਦੂਤ ਵੀ ਨਹੀਂ ਆਉਂਦਾ। ਮਹਾਰਾਜ ਸਾਹਿਬ ਦੇ ਜਮਦੂਤ ਦਾ ਇਹਨਾਂ ਸਿੱਖਾਂ ਦਾ ਰਸਤਾ ਛੱਡ ਦਿੰਦਾ ਕਿ ਜੀ ਕਰੇ ਧਿਆਨ ਕੇ ਹੋਏ ਸੋ ਬੁੱਧ ਪੂਤੰ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡਾ ਧਿਆਨ ਕਰਦਾ ਕਿ ਉਸ ਬੰਦੇ ਦੀ ਬੁੱਧੀ ਨਿਰਮਲ ਹੋ ਜਾਂਦੀ, ਉਸ ਬੰਦੇ ਦੀ ਬੁੱਧੀ ਪਵਿੱਤਰ ਹੋ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬੰਦੇ ਦੇ ਹਿਰਦੇ ਦੇ ਅੰਦਰੋਂ ਅਗਿਆਨਤਾ ਦੀ ਜਿੰਨੀ ਮੈਲ ਲਗੇ ਉਹ ਸਾਰੇ ਦੀ ਸਾਰੀ ਮੈਲ ਕੱਟੀ ਜਾਂਦੀ ਹੈ ਜੀ। ਰਿਪੂ ਸੰਗ ਜੰਗਮ ਕਰੇ ਅੰਗ ਭੰਗਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਛੇਵਾਂ ਸਰੂਪ ਧਾਰਨ ਕਰਕੇ ਨਾ ਆਪਣਾ ਤੇ ਮਹਾਰਾਜ ਦੇ ਪ੍ਰਤੱਖ ਰੂਪ ਦੇ ਵਿੱਚ ਦੁਸ਼ਮਣਾਂ ਦੇ ਨਾਲ ਤੁਸੀਂ ਯੁੱਧ ਕੀਤੇ, ਸ਼ਸਤਰ ਧਾਰਨ ਕਰਕੇ ਘੋੜਿਆਂ ਤੇ ਚੜ੍ਹ ਕੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਰੂਪ ਵਿੱਚ ਤੁਸਾਂ ਇਹਨਾਂ ਦੁਸ਼ਮਣਾਂ ਦੇ ਨਾਲ ਜੰਗ ਲੜਨਾ ਕੀਤੇ ਗਨ। ਵਿਜੇ ਨੀਨ ਭਾਰੀ ਸੋ ਧਾਰੇ ਅਤੰਗ। ਮਹਾਰਾਜ ਸੱਚੇ ਪਾਤਸ਼ਾਹ ਦੇ ਇਹਨਾਂ ਯੁੱਧਾਂ ਨੂੰ ਲੜ ਕੇ ਨਾ ਤੁਸਾਂ ਨੇ ਜਿੱਤ ਵੀ ਪ੍ਰਾਪਤ ਕੀਤੀ। ਇਹ ਨਹੀਂ ਵੀ ਤੁਸੀਂ ਯੁੱਧ ਲੜੇ ਤੇ ਕੋਈ ਦੁਸ਼ਮਣ ਜਿੱਤ ਗਿਆ ਹੋਏ। ਮਹਾਰਾਜ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਵਿਜੈ ਲੀਨ ਭਾਰੀ ਸੋ ਧਾਰੇ ਅਤੰਕੰ। ਮਹਾਰਾਜ ਸਾਹਿਬ ਜੀ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਜਿਹੜੇ ਤੁਹਾਡੇ ਘਰ ਦੇ ਵਿਰੋਧੀ ਨੇ ਨਾ ਉਹਨਾਂ ਦਾ ਹਿਰਦਾ ਤੁਹਾਡਾ ਨਾਂ ਸੁਣ ਕੇ ਹੁਣ ਵੀ ਕੰਬਣ ਲੱਗ ਜਾਂਦਾ, ਉਹਨਾਂ ਅੰਦਰ ਡਰ ਪੈਦਾ ਹੋ ਗਿਆ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਦਰ ਤੁਹਾਡਾ ਡਰ ਪੈਦਾ ਹੋ ਗਿਆ। ਇਹ ਦਾਸ ਅੱਗੇ ਵੀ ਕਈ ਵਾਰ ਬੇਨਤੀ ਕਰਦਾ, ਅੱਜ ਵਿੱਚੋਂ ਨਿਕਲ ਕੇ ਜ਼ਰੂਰ ਫਿਰ ਤੇ ਇੱਕੋ ਏਦਾਂ ਦਾ ਦਰਾ ਸੀ ਜਿਹਦਾ ਨਾਮ ਕਿ ਖੈਬਰ। ਦਰ ਦਾ ਕਰੀ ਅਰਥ ਵੈਸੇ ਦਰਵਾਜ਼ਾ ਵੀ ਹੁੰਦਾ, ਉਹਨੂੰ ਅਸੀਂ ਦਰਾ ਖੈਬਰ ਵੀ ਕਹਿੰਦੇ। ਖੈਬਰ ਦਰ ਉਹ ਦਰਵਾਜ਼ਾ ਜਿਹੜਾ ਉਸ ਇਲਾਕੇ ਤੋਂ ਪੈਂਦਾ ਹੈ। ਇਹਦੇ ਚ ਕੋਈ ਦੂਜੀ ਰਹਿ ਨਹੀਂ ਵੀ ਉਸ ਇਲਾਕੇ ਵਿੱਚੋਂ ਵੀ ਅਫਗਾਨ ਇੱਧਰ ਹਮਲਾ ਕਰਨ ਵਾਸਤੇ ਆਉਂਦੇ ਨੇ। ਜਿੰਨੇ ਵੀ ਆਏ ਸਾਰੇ ਉੱਧਰ ਦੇ ਰਸਤੇ ਤੇ ਆਏ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਮਹਾਨ ਯੋਧੇ ਜਿਨ੍ਹਾਂ ਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ, ਉਹਨੇ ਉਸ ਖੈਬਰ ਦੇ ਦਰੇ ਦੇ ਸਾਹਮਣੇ ਜਾ ਕੇ ਕਿਲਾ ਬਣਾ ਦਿੱਤਾ ਤੇ ਇਹਨਾਂ ਪਠਾਨਾਂ ਨੂੰ ਰੱਜ ਕੇ ਕੁੱਟਿਆ। ਉਸ ਯੋਧੇ ਨੇ ਤੇ ਆਖਿਆ ਵੀ ਜੇ ਹਿੰਮਤ ਆ ਤੇ ਉਹ ਲੰਘ ਕੇ ਵਿਖਾਇਓ। ਉਹ ਨਹੀਂ ਲੰਘੇ। ਅਸੀਂ ਉਸ ਸਰਦਾਰ ਹਰੀ ਸਿੰਘ ਨਲੂਏ ਦੀ ਵੰਸ਼ਾਂ, ਪਰ ਮੈਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਸਾਡੇ ਨੌਜਵਾਨ ਹੁਣ ਪਠਾਣੀ ਸੁੱਥਣਾ ਪਾਉਣ ਲੱਗ ਪਏ। ਕਿ ਚਲੋ ਭੈਣਾਂ ਵੀ ਬੈਠੀਆਂ, ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦਾ, ਪਰ ਦੁੱਖ ਹੁੰਦਾ ਹੈ ਤੁਸੀਂ ਵੇਖੋ ਨਾ ਵੀ ਸਾਡੇ ਮੁੰਡੇ ਹੁਣ ਪਜਾਮਾ ਪਾਉਣਾ ਛੱਡਦੇ ਜਾਂਦੇ, ਪਠਾਣੀ ਸੁੱਥਣਾ ਪਾਉਂਦੇ ਆ। ਚਾਹੀਦਾ ਤੇ ਇਸੇ ਹਰੀ ਸਿੰਘ ਨਲੂਏ ਵਾਲਾ ਸਰੂਪ ਅਸੀਂ ਧਾਰਨ ਕਰਦੇ, ਪਰ ਅਸੀਂ ਉਹਨਾਂ ਦਾ ਕਰ ਲਿਆ ਜਿਨ੍ਹਾਂ ਨੂੰ ਹਰੀ ਸਿੰਘ ਨਲੂਏ ਨੇ ਹਰਾਇਆ। ਉਹ ਆਪਣੇ ਪੈਰਾਂ ਤੇ ਸੁੱਥਣਾ ਪਾਉਂਦੇ ਤੇ ਸਾਡੇ ਮੁੰਡੇ ਪਾਉਣ ਲੱਗ ਪਏ ਤੇ ਗੁਰਦੁਆਰੇ ਪਾ ਕੇ ਜਾਂਦੇ ਲੋਕ। ਕਮਾਲ ਹੋ ਗਈ ਕਿ ਅਸੀਂ ਆਪਣੇ ਇਤਿਹਾਸ ਤੋਂ ਅਣਜਾਣ ਹੋ ਗਏ ਹਾਂ। ਘੱਟੋ ਘੱਟ ਯਾਦ ਰੱਖੋ, ਤੁਸੀਂ ਕਹੋਗੇ ਕਿਉਂਕਿ ਸਾਡੇ ਅੰਦਰ ਇੱਕੇ ਗੱਲ ਦਾ ਹੀ ਪ੍ਰਚਾਰ ਕਰ ਦਿੱਤਾ ਗਿਆ ਵੀ ਅੰਦਰ ਸਿੱਖੀ ਹੋਵੇ, ਅੰਦਰ ਸਿੱਖੀ ਹੋਵੇ। ਕਈਆਂ ਨੇ ਕਹਿਣਾ ਬਾਬਾ ਜੀ ਪਰਾਵੇ ਦੀ ਕਿਹੜੀ ਗੱਲ ਆ। ਨਹੀਂ, ਪਹਿਰਾਵਾ ਜਿਹੜਾ ਕਿ ਉਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਸਰੀਰ ਉੱਪਰ ਪਾਏ ਹੋਏ ਵਸਤਰ ਦੇ ਬਹੁਤ ਮਾਇਨੇ ਨੇ। ਤਨ ਉੱਪਰ ਪਾਇਆ ਹੋਇਆ ਵਸਤਰ ਜਿਹੜਾ ਕਿ ਉਹ ਬੰਦੇ ਦੇ ਅੰਦਰ ਦੀ ਸਾਰੀ ਗੱਲ ਨੂੰ ਪ੍ਰਗਟ ਕਰਦਾ ਹੈ।
ਸਰੀਰ ਤੇ ਪਾਏ ਹੋਏ ਬਸਤਰ ਦੱਸ ਦਿੰਦੇ ਨੇ ਵੀ ਇਸ ਬੰਦੇ ਦੀ ਸੋਚ ਕਿਦਾਂ ਦੀ। ਸਵੇਰੇ ਅੱਜ ਕੱਲ ਤਾਂ ਦਾਸ ਨੇ ਸਵੇਰੇ ਵੀ ਕਥਾ 'ਚ ਬੇਨਤੀ ਕੀਤੀ ਜੀ, ਅੱਜ ਕੱਲ ਤਾਂ ਬੰਦੇ ਦੀ ਸੋਚ ਵੇਖਣ ਦਾ ਇੱਕ ਹੋਰ ਨਵਾਂ ਢੰਗ ਬੜਾ ਸੌਖਾ ਲੱਭ ਗਿਆ। ਜਿਹੜਾ ਲੋਕ ਸਟੇਟਸ ਲਾਉਂਦੇ ਨਾ WhatsApp ਤੇ, ਉਹ ਅਗਲੇ ਦਾ ਸਟੇਟਸ ਵੇਖ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਦਾਂ ਦੀ ਸੋਚ ਰੱਖਦਾ। ਜੇ ਚੰਗਾ ਲੱਗਾ ਰੋਜ਼ ਦਿਨ ਦਾ ਮਤਲਬ ਇਹਦੀ ਸੋਚ ਚੰਗੀ ਆ। ਨਹੀਂ ਮੈਨੂੰ ਖਿਮਾ ਕਰੇ ਹੋਏ ਤੇ ਬਾਣੀ ਪੜਨ ਵਾਲਿਆਂ ਨੇ ਬਹੁਤ ਭੈੜੇ ਭੈੜੇ ਲਾਏ ਹੁੰਦੇ ਆ ਜੀ। ਸਿਰਫ ਬਾਹਰੀ ਤੌਰ ਤੇ ਪੜੀ ਜਾ ਰਹੀ, ਅੰਦਰ ਜਿਹੜਾ ਕਿ ਉਹ ਅਜੇ ਵੀ ਉਹਨਾਂ ਚਿੱਕੜਾਂ ਵਿੱਚ ਹੀ ਵਸਿਆ ਹੋਇਆ। ਸ੍ਰੀ ਗੁਰੂ ਮਹਾਰਾਜ ਜੀ ਦੇ ਘਰ ਨੂੰ ਮੰਨਣ ਵਾਲੇ ਗੁਰਸਿੱਖੋਂ ਆਪਾਂ ਆਪਣੇ ਪਹਿਰਾਵੇ ਦਾ ਵੀ ਧਿਆਨ ਰੱਖੀਏ। ਸੋ ਖੈਰ ਭਾਈ ਸਾਹਿਬ ਦਾ ਪਿਆਰਾ ਬਚਨ ਕੇ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰ ਨਾਲ ਕਹਿ ਰਹੇ ਨੇ, ਦੇਵਤੇ ਮਹਾਰਾਜ ਜੀ ਤੁਸੀਂ ਇੰਨੀ ਜ਼ੁਰਤ ਨਾਲ ਜੰਗ ਦਿੱਤੇ ਨੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੁਸ਼ਮਣਾਂ ਦੇ ਗਿਰਦੇ ਅੰਦਰ ਹੁਣ ਵੀ ਤੁਹਾਡਾ ਡਰ ਬੈਠਾ ਹੋਇਆ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਅੰਦਰ ਤੁਹਾਡਾ ਡਰ ਹੁਣ ਵੀ ਬੈਠਾ ਗਏ ਜੀ। ਨਮੋ ਪਾਦ ਕੰਜਨ ਕੇ ਪਾਲਨ ਸਰੂਪਮ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦੇ ਹਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਦੇ ਸਾਗਰ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਕਿਰਪਾ ਦੇ ਘਰ ਹੋ ਜੀ। ਮੁਕੰਦੰ ਸੁਯੰਦੰ ਅਨੰਦੰ ਅਨੂਪਮ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਗੇ ਉਹਨਾਂ ਬੜੇ ਪਿਆਰ ਦੇ ਨਾਲ ਬੇਨਤੀ ਕਰ ਗਿਆ ਕਿ ਮੁਕੰਦਮ, ਇਸ ਦਾ ਅਕਰੀ ਅਰਥ ਹੈ ਮਹਾਰਾਜ ਤੁਸੀਂ ਮੁਕਤੀ ਦੇ ਦਾਤੇ ਹੋ, ਮੁਕਤੀ ਦੇਣ ਵਾਲੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫਿਰ ਅੱਗੇ ਉਹਨਾਂ ਆਖਿਆ ਸੁਸ਼ੰਦਮ। ਸੁਸ਼ੰਦਮ ਦਾ ਅਕਰੀ ਅਰਥ ਕਿ ਤੁਸੀਂ ਆਪਣੀ ਸਵੈ ਇੱਛਾ ਨਾਲ ਚੱਲਣ ਵਾਲੇ ਹੋ, ਤੁਹਾਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ। ਆਨੰਦਮ, ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਨੰਦ ਦੇ ਘਰ ਹੋ। ਤੇ ਚੌਥਾ ਬਚਨ ਆਖਿਆ ਅਨੂਪਮ। ਅਨੂਪਮ ਦਾ ਅਕਰੀ ਅਰਥ ਕਿ ਤੁਹਾਡੀ ਉਪਮਾ ਨਹੀਂ ਕਹੀ ਜਾ ਸਕਦੀ, ਤੁਸੀਂ ਅਨੂਪਮ ਹੋ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਮਹਿਮਾ ਨਹੀਂ ਕੀਤੀ ਜਾ ਸਕਦੀ ਜੀ। ਸਦਾ ਜੈ ਸਦਾ ਜੈ ਸਦਾ ਜੈ ਤੁਮਹਾਰੀ। ਸਤਿਗੁਰੂ ਮਹਾਰਾਜ ਨੂੰ ਦੇਵਤਿਆਂ ਨੇ ਇੱਕੋ ਗੱਲ ਆਖੀ, ਸਦਾ ਜੈ ਸਦਾ ਜੈ ਸਦਾ ਜੈ ਤੁਮਹਾਰੀ। हे ਗੁਰੂ ਹਰਗੋਬਿੰਦ ਸਾਹਿਬ ਜੀ ਅਸੀਂ ਇਹ ਬੇਨਤੀ ਕਰਨ ਜੋਗੇ ਹਾਂ ਕਿ ਤੁਹਾਡੀ ਸਦਾ ਹੀ ਜੈ ਜੈਕਾਰ। ਦੇਵਤੇ ਵੀ ਕਹਿ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਦੀਵ ਕਾਲ ਵਾਸਤੇ ਜੈ ਜੈਕਾਰ ਗਏ ਜੀ। ਗੁਰੂ ਰੂਪ ਸਾਰੇ ਨਮੋ ਹੋਇਆ। ਇਸ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਇਹ ਤੁਹਾਡਾ ਛੇਵਾਂ ਰੂਪ ਆ। ਤੇ ਮਹਾਰਾਜ ਅਸੀਂ ਛੇਆਂ ਸਰੂਪਾਂ ਦੇ ਚਰਨਾਂ ਤੇ ਮੱਥਾ ਟੇਕਦੇ। ਦੇਵਤੇ ਕਹਿੰਦੇ ਕਿ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਤੁਹਾਡੇ ਛਿਆ ਸਰੂਪਾਂ ਦੇ ਚਰਨਾਂ ਤੇ ਮੱਥਾ ਟੇਕਦੇ ਗਾਂਧੀ। ਮਨੋ ਕਾਮਨਾ ਪੂਰ ਦਾਸਨ ਕੇਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੋ ਕਾਮਨਾ ਪੂਰ ਦਾਸਾਨ ਕੇਰੀ। ਤੁਸੀਂ ਮਹਾਰਾਜ ਆਪਣੇ ਦਾਸਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੇ, ਦਾਸਾਂ ਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਦੇ। ਸ੍ਰੀ ਗੁਰੂ ਮਹਾਰਾਜ ਸਾਹਿਬ ਦੀ ਕਾਰਿਕ ਕਾਮਨਾ ਦੀ ਪੂਰਤੀ ਕਰਦੇ ਹੋ ਜੀ। ਕਰੋ ਦੇ ਬਿਰਧਾਨ ਰਸ਼ਾ ਬੜੇਰੀ। ਸਤਿਗੁਰੂ ਮਹਾਰਾਜ ਜੀ ਤੁਸੀਂ ਇਸ ਦੇ ਨਾਲ ਨਾਲ ਨਾ ਕਿਰਪਾ ਕਰਕੇ ਆਪਣੇ ਦੇਵਤਿਆਂ ਦੀ ਰੱਖਿਆ ਵੀ ਕਰਦੇ ਹੋ। ਕੱਲ ਅਸੀਂ ਬੇਨਤੀ ਕੀਤੀ ਸੀ ਦੇਵਤਾ ਨਿਰਾਉ ਨਹੀਂ ਜਿਹਦੇ 3-4 ਹੱਥ ਫੋਟੋ ਦੇ ਵਿਖਾਏ ਹੁੰਦੇ ਆ, ਹਰ ਇੱਕ ਬੰਦਗੀ ਕਰਨ ਵਾਲਾ ਹੀ ਦੇਵਤਾ ਹੈ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਦੇਵਤਿਆਂ ਦੀ ਰੱਖਿਆ ਕਰਦੇ ਹੋ ਜੀ। ਦੋਹਰਾ ਇਮ ਅਸ਼ਟਕ ਸੁਰ ਸਰਬ ਕਰ ਉਰ ਮੈਂ ਆਨੰਦ ਪਾਏ। ਇਸ ਢੰਗ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਦੇ ਵਿੱਚ ਉਹਨਾਂ ਅਸ਼ਟਕ ਉਚਾਰਨ ਕੀਤਾ ਵਾ। ਇਹ ਅਸਲ ਦੇ ਵਿੱਚ ਕਾਵ ਰਚਨਾ ਜਿਹੜੀ ਹੈ ਨਾ ਉਹਦਾ ਇੱਕ ਨੁਕਤਾ ਹੈ। ਅਸ਼ਟਕ ਮਤਲਬ ਖਿਆਲ ਕਰਨਾ, 8 ਪੌੜੀਆਂ ਕਿਸੇ ਦੀ ਮਹਿਮਾ ਵਿੱਚ ਉਚਾਰਨ ਕਰ ਦੇਣਾ, ਉਹਨੂੰ ਅਸ਼ਟਕ ਕਿਹਾ ਜਾਂਦਾ ਹੈ। ਇਸ ਢੰਗ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਾਸਤੇ ਉਹਨਾਂ ਗੁਰਮੁਖਾਂ ਨੇ ਇਦਾਂ ਮਹਿਮਾ ਕਰਕੇ ਆਨੰਦ ਪਾਇਆ ਗਏ ਜੀ। ਦਰਸ਼ਨ ਪਰਸਨ ਸਰਸਹੀ ਗਮ ਨੇ ਪੁਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਤੇ ਦੀਦਾਰ ਕਰਕੇ ਨਾ ਤੇ ਗੁਰ ਸੰਗਤ ਦੇ ਇਹ ਜਿਹੜੇ ਦੇਵਤੇ ਸਨ ਆਪਣੇ ਲੋਕ ਵਾਲੇ ਪਾਸੇ ਚਲੇ ਗਏ। ਦੇਵ ਲੋਕ ਵਾਲੇ ਪਾਸੇ ਇਹਨਾਂ ਚਾਲਾ ਪਾਇਆ। ਸਾਰੇ ਦੇ ਸਾਰੇ ਦੇਵਤੇ ਜਿਹੜੇ ਨੇ ਆਪਣੇ ਲੋਕ ਵਾਲੇ ਪਾਸੇ ਚਲੇ ਗਏ ਹਨ। 24 ਇੱਕ ਕੋਸ਼ਟ ਸਤਿਗੁਰੂ ਕਰਾਏ। ਹੁਣ ਇਹਨਾਂ ਦੇਵਤਿਆਂ ਦੇ ਜਾਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਸਿੱਖਾਂ ਨੂੰ ਕਿ ਸਾਡੇ ਵਾਸਤੇ ਇੱਕ ਕੋਠਾ ਤਿਆਰ ਕਰੋ। ਯਾਦ ਰੱਖੋ ਸ਼ਬਦ ਕੋਠਾ ਕੇ ਸਾਡੇ ਪਿੰਡਾਂ ਦਾ, ਫਿਰ ਅਸੀਂ ਸਹਿਜੇ ਨੂੰ ਕਮਰਾ ਕਹਿਣ ਲੱਗ ਪਏ, ਅੱਜ ਕੱਲ ਰੂਮ ਕਹਿਣ ਲੱਗ ਪਏ ਆ। ਕੋਠਾ, ਕੋਠੜੀ
ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਤੇ ਗੁਰ ਸੰਗਤ ਦੀ ਇੱਕ ਕੋਠੜੀ ਤਿਆਰ ਕਰਵਾਈ। ਮਤਲਬ ਮਹਾਰਾਜ ਸਾਹਿਬ ਜੀ ਨੇ ਇੱਕ ਕੋਠਾ ਤਿਆਰ ਕਰਵਾਇਆ ਕਿ ਜੀ ਨਾਮ ਪਤਾਲਪੁਰੀ ਤਿਸ ਤੇ ਗਾਇਓ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦਾ ਨਾਮ ਰੱਖਿਆ ਪਤਾਲਪੁਰੀ। ਸ੍ਰੀ ਗੁਰੂ ਮਹਾਰਾਜ ਜੀ ਨੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅੱਜ ਕੱਲ ਦੁਨਿਆਵੀ ਲੋਕ ਪੁਰਾਣੀ ਚੜ੍ਹਾਈ ਕਰਨ ਤੋਂ ਬਾਅਦ ਉਹਤੇ ਮ੍ਰਿਤਕ ਦੀਆਂ ਅਸਥੀਆਂ ਪਾਉਂਦੇ ਆ। ਹਾਲਾਂਕਿ ਸਾਡੀ ਰਹਿਤ ਮਰਜ਼ਾਦਾ ਨੇ ਆਖਿਆ ਵੀ ਇਹ ਮਨਮਤ ਕੇ ਚਲੋ ਜਿਹੜੇ ਉਸ ਇਲਾਕੇ ਦੇ ਲੋਕ ਨੇ ਲਾਗੇ ਬੰਨੇ ਵਾਲੇ ਉਹਨਾਂ ਦਾ ਟਿਕਾਣਾ ਹੀ ਉਹ ਲਾਗੇ ਜੂ ਪੈਂਦਾ ਆ, ਪਰ ਵੇਖੋ ਕਵੇ ਵੀ ਮੈਂ ਸਪੈਸ਼ਲ ਉਤੇ ਜਾਣਾ ਹੈ। ਸ੍ਰੀ ਗੁਰੂ ਮਹਾਰਾਜ ਨੇ ਆਖਿਆ ਮਰਨ ਤੋਂ ਬਾਅਦ ਭਾਵੇਂ ਹਰਿਦੁਆਰ ਲੈ ਜਾ ਭਾਵੇਂ ਜਿੱਥੇ ਮਰਜ਼ੀ ਲੈ ਜਾ, ਉਹਦਾ ਭਲਾ ਨਹੀਂ ਹੋਣ ਵਾਲਾ। ਭਲਾ ਤੇ ਇਦਾਂ ਹੋਣਾ ਕਿ ਉਹਨੇ ਖੁਦ ਬੰਦਗੀ ਕੀਤੀ ਕਿ ਨਹੀਂ ਕੀਤੀ। ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਕੋਠਾ ਬਣਾਇਆ ਤੇ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦਾ ਨਾਮ ਜਿਹੜਾ ਕਿ ਬੜੇ ਪਿਆਰ ਦੇ ਨਾਲ ਪਤਾਲਪੁਰੀ ਰੱਖ ਦਿੱਤਾ ਕਿ ਜੀ ਮੋਨ ਪਰਵੇਸ਼ ਤਿਸੀ ਮੈਂ ਚਾਹਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਨ ਦਾ ਪੁਰਨਾ ਬਣਿਆ ਕਿ ਇਸ ਕੋਠੀ ਅੰਦਰ ਚਲੇ ਜਾਈਏ। ਮਹਾਰਾਜ ਸਾਹਿਬ ਜੀ ਉਸ ਕਮਰੇ ਦੇ ਅੰਦਰ ਜਾਣ ਲੱਗੇ ਗਨ ਸਭ ਹਿਨ ਕੋ ਬੁਲਾਏ ਕਰ ਪਰ ਪਾਰ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਕਮਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਕੋਲ ਸੱਦਿਆ ਸਮੇਤ ਪਰਿਵਾਰ ਦੇ। ਮਹਾਰਾਜ ਸਾਹਿਬ ਜੀ ਨੇ ਸਮੇਤ ਪਰਿਵਾਰ ਦੇ ਸਭਨਾ ਸੰਗਤਾਂ ਨੂੰ ਆਪਣੇ ਕੋਲ ਸੱਦਣਾ ਕੀਤਾ ਕਿ ਆਪ ਜੀ ਜਾਨ ਪਰ ਲੋਕ ਮਝਾਰੇ। ਅਸਲ ਵਿੱਚ ਕਵੀ ਜੀ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਣ ਗੁਰਪੁਰੀ ਜਾਣਾ ਚਾਹੁੰਦੇ। ਗੁਰੂ ਦੀ ਪੁਰੀ, ਗੁਰਪੁਰੀ ਦਾ ਕਰੀ ਅਰਥ ਕਿ ਗੁਰੂ ਦੀ ਪੁਰੀ, ਜਿਹਨੂੰ ਅਸੀਂ ਸੱਚਖੰਡ ਵੀ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਪੰਜ ਭੂਤਕ ਸਰੀਰ ਤਿਆਗਣਾ ਚਾਹੁੰਦੇ ਹਨ। ਜੋ ਤੁਕ ਟੰਬ ਸਭ ਸੰਗ ਤੇ ਉਚਾਰੇ। ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਸੰਗਤਾਂ ਆ ਰਹੀਆਂ ਨਾ, ਸਾਹਿਬ ਦਾ ਹੁਕਮਨਾਮਾ ਸੁਣ ਕੇ ਕੋਈ ਪਹਿਲਾਂ ਆ ਗਿਆ ਕੋਈ 2 ਮਿੰਟ ਬਾਅਦ ਵਿੱਚ ਆਇਆ ਤੇ ਮਹਾਰਾਜ ਸਾਹਿਬ ਜੀ ਸਭਨਾਂ ਨੂੰ ਆਪਣਾ ਹੁਕਮ ਸੁਣਾਈ ਜਾ ਰਹੇ, ਆਪਣੇ ਅੰਦਰ ਦੀ ਵੇਦਨਾ ਦੱਸੀ ਜਾ ਰਹੇ। ਸ੍ਰੀ ਗੁਰੂ ਮਹਾਰਾਜ ਜੀ ਕਿਰਪਾ ਕਰਕੇ ਸਭਨਾਂ ਨੂੰ ਵਿਚਾਰਾਂ ਦੱਸਦੇ ਪਏ ਗਨ। ਗੁਰੂ ਸ੍ਰੀ ਹਰਿ ਰਾਏ ਸਮੀਪ। ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਾਗੇ ਕੌਣ ਬੈਠੇ ਨੇ? 7ਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ। ਆਪਾਂ ਪਰਸੋਂ ਸੁਣਿਆ ਸੀ ਵੀ ਗੁਰਤਾ ਗੱਦੀ ਉਹਨਾਂ ਨੂੰ ਮਿਲ ਗਈ। ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਾਗੇ ਬੈਠੇ ਹੋਏ ਗਨ। ਬੈਠੋ ਆਨ ਯੋਧ ਅਵਨੀ। ਤੇ ਹੁਣ ਗੁਰੂ ਘਰ ਦਾ ਬੜਾ ਵੱਡਾ ਜੰਗਜੂ ਯੋਧਾ। ਅਸਲ ਵਿੱਚ ਭਾਈ ਸਾਹਿਬ ਨੇ ਨਾ ਇੱਥੇ ਉਹਨਾਂ ਦਾ ਨਾਮ ਲਿਖਿਆ ਅਵਨੀਪ। ਇਹਦਾ ਆਖਰੀ ਅਰਥ ਹੁੰਦਾ ਰਾਜਾ। ਭਾਈ ਸਾਹਿਬ ਜੀ ਕਹਿੰਦੇ ਉਹ ਰਾਜਿਆਂ ਵਰਗੀ ਸ਼ਾਨ ਵਾਲਾ ਹੀ ਸੀ ਭਾਈ ਜੋਧ। ਇਸ ਕਰਕੇ ਕਹਿੰਦੇ ਭਾਈ ਜੋਧ ਰਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਕੇ ਬੈਠ ਗਿਆ ਕਿ ਗੁਰ ਜੀ ਘਰਨੀ ਦੋਨੋਂ ਸੁਨਿਆਈ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਸਨਮਾਨਯੋਗ ਮਾਤ ਨਾਨਕੀ ਜੀ ਤੇ ਮਾਤ ਮਰਵਾਗੀ ਜੀ। ਮਾਤ ਦਾ ਪ੍ਰਿਆ ਹੁੰਦਾ ਮਾਤਾ ਜੀ, ਮਾਤਾ ਜੀ ਮਰਵਾਗੀ ਜੀ ਤੇ ਨਾਨਕੀ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਜੇ ਮਹਿਲ ਮਾਤ ਦਮੋਦਰੀ ਜੀ ਅਕਾਲ ਚਲਾਣਾ ਕਰ ਗਏ ਸਨ। ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੇ ਮਹਿਲ ਮਾਤ ਮਰਵਾਗੀ ਜੀ ਤੇ ਮਾਤ ਨਾਨਕੀ ਜੀ ਵੀ ਮਹਾਰਾਜ ਦੇ ਕੋਲ ਆ ਕੇ ਗਨ। ਸੁਬੁੱਧ ਦਾ ਆਸਨ ਹਰ ਬਹਾਈ। ਸੰਗਤ ਦੀ ਆਖਰ ਆਮ ਜਿਹੜੇ ਗੁਰਸਿੱਖ ਨੇ ਨਾ ਉਹਨਾਂ ਦਾ ਤੇ ਇੱਕ ਰਿਸ਼ਤਾ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਗੁਰੂ ਆ। ਪਰ ਜਿਹੜੇ ਗੁਰੂ ਕੇ ਮਹਿਲ ਨੇ ਉਹਨਾਂ ਦੇ 2 ਰਿਸ਼ਤੇ ਇਦਾਂ ਵੀ ਉਹਨਾਂ ਦਾ ਗੁਰੂ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਦਾ ਪਤੀ ਵੀ ਗੁਰੂ ਹਰਗੋਬਿੰਦ ਸਿੰਘ। 2 ਰਿਸ਼ਤੇ ਹੋ ਗਏ ਨਾ ਆਪਣੇ ਪਤੀ ਤੇ ਗੁਰੂ ਦੋਵੇਂ ਰਿਸ਼ਤੇ। ਯਾਦ ਰੱਖਣਾ ਭਾਵੇਂ ਉਹ ਬਹੁਤ ਵੱਡੇ ਜੀਵਨ ਵਾਲੀਆਂ ਗੁਰਮੁਖ ਔਰਤਾਂ ਸਨ, ਉਹਨਾਂ ਦਾ ਐਡਾ ਪਵਿੱਤਰ ਜੀਵਨ ਰੱਬ ਜਾਣੇ ਕਿੰਨੇ ਜਨਮਾਂ ਦੀ ਬੰਦਗੀ ਕੇ ਨਾਤਾ ਹੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜਿਆ, ਪਰ ਫਿਰ ਵੀ ਉਹ ਗੁਰੂ ਦੀਆਂ ਧਰਮ ਪਤਨੀਆਂ ਨੇ। ਯਾਦ ਰੱਖਣਾ ਗੁਰੂ ਦੀਆਂ ਸਿੱਖਣੀਆਂ ਵੀ ਨੇ, ਇਸ ਕਰਕੇ ਉਹਨਾਂ ਦੇ ਨੇਤਰਾਂ 'ਚੋਂ ਨੀਰ ਵਹਿ ਰਿਹਾ। ਦੁੱਖ ਤਾਂ ਕਹਿਣਾ ਹਿਰਦੇ ਦੇ ਅੰਦਰ ਵੀ ਆਖਰ ਪਤਾ ਵਾ ਗੁਸਤਾਖੀ ਦੀ ਕੀਮਾ ਇਕੱਲਾ ਇਹ ਨਹੀਂ ਵੀ ਪਤਨੀ ਨੂੰ ਪਤਾ ਲੱਗਦਾ ਹੈ ਕਿ ਮੇਰਾ ਪਤੀ ਅੱਜ ਸਰੀਰ ਛੱਡਦਾ ਹੈ ਤਾਂ ਉਹਦਾ ਕੀ ਹਾਲ ਹੋਵੇਗਾ। ਇਹਦਾ ਦੂਜਾ ਪੱਕ ਕੇ ਭਾਵੇਂ ਲੋਕ ਇਹਨੂੰ ਲੁਕੋ ਕੇ ਰੱਖਦੇ ਨੇ, ਪਰ ਸਹੀ ਗੱਲ ਹੈ ਕਿ ਪਤੀ ਨੂੰ ਪਤਾ ਲੱਗਦਾ ਵੀ ਕੱਲ ਨੂੰ ਮੇਰੀ ਘਰ ਵਾਲੀ ਨੇ ਚੜਾਈ ਕਰ ਦੇਣਾ, ਦੁਖੀ ਉਹ ਵੀ ਹੁੰਦਾ ਹੈ। ਪਰ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੇ ਮਹਿਲ ਕਵੀ ਦੇ ਕਹਿੰਦੇ ਉਹਨਾਂ ਦੇ ਨੈਣਾਂ 'ਚੋਂ ਨੀਰ ਵਹਿ ਰਿਹਾ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਪਿੰਡ ਮਸੰਦ ਬਲੰਦੇ ਆਏ। ਬਹੁਤ ਸਾਰੇ ਮਸੰਦ ਜਿਹੜੇ ਸਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਹੋਏ। ਗੁਰਸੰਗਤ ਦੇ ਇਹ ਸਾਰੇ ਮਸੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਆਏ।
ਸ੍ਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ ਕਰਨ ਸਿਧ ਸੰਗਤ ਇਕਤੀ ਸਮੁਦਾਇ। ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਇਕੱਠੀਆਂ ਕਰ ਲਿਆ। ਸਾਰੀ ਸੰਗਤ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਕੱਠੀ ਹੋ ਕੇ ਨਾ ਗੁਰੂ ਹਰਿਗੋਬਿੰਦ ਸਾਹਿਬ ਦੇ ਕੋਲ ਬੈਠੀ ਦੀ ਆ ਗਈ। ਸਾਰੀ ਸੰਗਤ ਮਹਾਰਾਜ ਜੀ ਦੇ ਸਾਹਮਣੇ ਬੈਠ ਕੇ ਗਏ ਜੀ। 700 ਉੱਚ ਆਚਾਰ ਇਹ ਸੁਨਾਇਓ। ਸਤਿਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਬੜੀ ਉੱਚੀ ਆਵਾਜ਼ ਨਾਲ ਆਪਣੀ ਪਾਵਨ ਰਸਨਾ ਵਿੱਚੋਂ ਬਚਨ ਕਰਨਾ ਕੀਤਾ ਕਿ 700 ਉੱਚ ਆਚਾਰ ਸੁਨਾਇਓ। ਮਹਾਰਾਜ ਕਹਿੰਦੇ ਕੰਮ ਸੋ ਕਹੋ ਜਥਾ ਜਿਸ ਭਾਇਓ। ਸ੍ਰੀ ਗੁਰੂ ਮਹਾਰਾਜ ਨੇ ਆਖਿਆ ਜੋ ਜੋ ਕਿਸੇ ਦੇ ਅੰਦਰ ਦਾ ਫੁਰਨਾ ਵਣਾ ਬੇਝਿਜਕ ਆਪਣੀ ਜਗ੍ਹਾ ਤੋਂ ਉੱਠ ਕੇ ਸਾਨੂੰ ਦੱਸੋ। ਜੋ ਵੀ ਕਿਸੇ ਦੇ ਅੰਦਰ ਦੇ ਵਿਚਾਰ ਮਹਾਰਾਜ ਸਾਹਿਬ ਜੀ ਕਹਿੰਦੇ ਕਿਰਪਾ ਕਰਕੇ ਸਾਨੂੰ ਦੱਸ ਦੇਣਾ ਕਰੋ ਦੀ। ਹਮਾਰੀ ਤਿਆਰੀ ਹੈ ਕਰ ਲੋ। ਕਿਉਂਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਿਆਰਾ ਵਚਨ ਆਖਿਆ ਆਪ ਤੁਹਾਡੀ ਤੇ ਮੇਰੀ ਸਰੀਰ ਕਰਕੇ ਆਖਰੀ ਮੁਲਾਕਾਤ ਆ। ਇਸ ਤੋਂ ਬਾਅਦ ਅਸੀਂ ਆਪਣਾ ਸਰੀਰ ਤਿਆਗ ਦੇਣਾ। ਸਾਡੀ ਜੜੀ ਗਏ ਇਸ ਪੰਜ ਭੂਤਕਾ ਸਰੀਰ ਨੂੰ ਤਿਆਗਣ ਦੀ ਤਿਆਰੀ ਹੋ ਗਈ ਗਏ ਜੀ। ਧਾਰੋ ਆਨੰਦ ਨਾ ਕੀਜੇ ਸੋਗ। ਸਭ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਖਿਆ ਜਦੋਂ ਅਸੀਂ ਆਪਣਾ ਸਰੀਰ ਤਿਆਗੀਏ ਤੇ ਕਿਸੇ ਨੇ ਆਪਣੇ ਹਿਰਦੇ ਦੇ ਅੰਦਰ ਸ਼ੋਭ ਨਹੀਂ ਧਾਰਨ ਕਰਨਾ, ਦੁੱਖ ਨਹੀਂ ਧਾਰਨ ਕਰਨਾ। ਹਰ ਕਿਸੇ ਨੇ ਆਪਣੇ ਹਿਰਦੇ ਦੇ ਅੰਦਰ ਆਨੰਦ ਹੀ ਪੈਦਾ ਕਰਨਾ ਹੈ, ਆਨੰਦ ਧਾਰਨ ਕਰਨਾ ਹੈ। ਹਰ ਕਿਸੇ ਮਾਈ ਭਾਈ ਦੇ ਹਿਰਦੇ ਦੇ ਨੂੰ ਆਨੰਦ ਦੇ ਨਾਲ ਭਰਨਾ ਕੇ ਜੀ। ਸੁਨਤ ਸਬਨ ਕੇ ਮਨ ਮਰਜਾਏ। ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਹੁਕਮ ਸੁਣਿਆ ਤੇ ਵਾਹਿਗੁਰੂ ਇਹਦੇ ਚ ਕੋਈ ਦੂਜੀ ਰਹਿ ਨਹੀਂ, ਸਭਨਾ ਸਿੱਖਾਂ ਦੇ ਹਿਰਦੇ ਨੂੰ ਰਜ਼ਾ ਗਏ। ਯਾਦ ਰੱਖੋ ਕਾ ਅੱਜ ਸਾਡਾ ਗੁਰੂ ਜਿਹੜਾ ਵਾ ਉਹ ਸ਼ਬਦ ਰੂਪ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਾਲਾਂਕਿ ਸ਼ਬਦ ਨੂੰ ਨਾ ਡੋਬਿਆ ਜਾ ਸਕਦਾ ਹੈ, ਸ਼ਬਦ ਨੂੰ ਨਾ ਸਾੜਿਆ ਜਾ ਸਕਦਾ, ਸ਼ਬਦ ਨੂੰ ਨਾ ਪਾੜਿਆ ਜਾ ਸਕਦਾ। ਸ਼ਬਦ ਸਦੀਵ ਕਾਲ ਵਾਸਤੇ ਅਮਰ ਗਏ। ਪਰ ਫਿਰ ਵੀ ਤੁਸੀਂ ਇਹਦਾ ਮਹਿਸੂਸ ਕਰੋਗਾ ਕਿ ਜਦੋਂ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਪੱਤੀ ਕੀਤੀ ਗਈ ਥੋੜੇ ਸਾਲ ਪਹਿਲਾਂ, ਤੇ ਆਮ ਕੋਈ ਪੱਥਰ ਦੇ ਹੋਵੇ ਤੇ ਗੱਲ ਵੱਖਰੀ ਹੈ, ਜਾਂ ਕੋਈ ਬੰਦਾ ਕਿਸੇ ਬੰਦੇ ਨਾਲ ਜੁੜਿਆ ਹੋਵੇ ਤੇ ਗੱਲ ਵੱਖਰੀ ਹੈ। ਪਰ ਜਿਹੜਾ ਸ਼ਬਦ ਨਾਲ ਜੁੜਿਆ ਸੀ ਉਹਦਾ ਹਰ ਕਿਸੇ ਦਾ ਹਿਰਦਾ ਰੋਇਆ ਗਿਆ। ਕੋਈ ਵੀ ਬੰਦਾ ਹੋਵੇ, ਚਲੋ ਆਪਾਂ ਕਿਸੇ ਦੇ ਹੱਕ ਵਿੱਚ ਨਹੀਂ ਜਾਂ ਕਿਸੇ ਦੇ ਵਿਰੋਧ ਵਿੱਚ ਨਹੀਂ, ਉਂਝ ਨਾ ਤੁਹਾਡੇ ਧਿਆਨ ਵਾਸਤੇ ਬੇਨਤੀ ਕਰਾਂ। ਕੱਲ ਨਾ ਇੱਕ ਬੰਦੀ ਨੂੰ ਮੈਂ ਚੁੰਡੀ ਵੱਢ ਕੇ ਵੇਖੀ। ਇਹ ਚੁੰਡੀ ਵੱਢਣ ਦਾ ਅਰਥ ਆਪ ਜਾਣਦੇ ਹੋ ਨਾ, ਵੀ ਕਿਸੇ ਨੂੰ ਕੋਈ ਗੱਲ ਕਰ ਟੋਹ ਕੇ ਵੇਖਣਾ, ਗੱਲ ਕਰਕੇ ਵੀ ਕਿਹੜੇ ਦੇਸ਼ਮ ਤੋਂ ਬੋਲਦਾ ਏ। ਉਹ ਕਿਸੇ ਉਸ ਬੰਦੇ ਨਾਲ ਸੰਬੰਧ ਰੱਖਣ ਵਾਲਾ ਸੀ। ਮੈਂ ਗੁਰੂ ਸਾਹਿਬ ਦੀ ਬੇਪੱਤੀ ਦੀ ਗੱਲ ਕੀਤੀ, ਸੱਚ ਗੱਲ ਆ ਮਹਾਰਾਜ ਦੀ ਹਜ਼ੂਰੀ ਵਿੱਚ। ਉਹਨੇ ਇੱਕੋ ਗੱਲ ਆ ਕੇ ਸੀ, ਕਹਿਣ ਲੱਗਾ ਭਾਈ ਸਾਹਿਬ ਸਭ ਤੋਂ ਵੱਧ ਸਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੁੱਖ ਆ, ਤੇ ਜਿਨ੍ਹਾਂ ਬੰਦਿਆਂ ਨੇ ਇਹ ਕਾਰਜ ਕੀਤਾ ਉਹਨਾਂ ਨੂੰ ਹਰ ਹਾਲਤ ਸਜ਼ਾ ਹੋਣੀ ਚਾਹੀਦੀ, ਭਾਵੇਂ ਕੋਈ ਵੀ ਹੋਵੇ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਹਾਜ਼ਰ ਸਨ ਤੇ ਗੁਰੂ ਸਾਹਿਬ ਦਾ ਸਰੀਰ ਕਰਕੇ ਵਿਛੋੜਾ ਪੈਣ ਲੱਗਾ ਹੋਵੇ, ਫਿਰ ਕੀ ਹੋਵੇਗਾ? ਭਾਈ ਸਾਹਿਬ ਦਾ ਪਿਆਰਾ ਬਚਨ ਕਿ ਚਿਹਰੇ ਮੁਰਝਾ ਗਏ। ਬੜਾ ਪਿਆਰਾ ਬਚਨ, ਸੁਣਤ ਸਭਨ ਕੇ ਮਨ ਮੁਰਝਾਏ। ਮਨ ਮੁਰਝਾ ਗਏ ਤੇ ਗੁਰ ਸੰਗਤ ਦੇ ਸਭਨਾ ਗੁਰ ਸਿੱਖਾਂ ਦੇ ਚਿਹਰੇ ਵੀ ਮੁਰਝਾ ਕੇ ਗਾਣਾ। ਸੀਦਰ ਬਲੋਚਨ ਜਲ ਪਰ ਆਏ। ਤੇ ਕਵੀ ਜੀ ਕਹਿੰਦੇ ਨੇ ਜਦੋਂ ਮਹਾਰਾਜ ਨੇ ਆਖਿਆ ਨਾ ਵੀ ਅਸੀਂ ਸਰੀਰ ਤਿਆਗਣ ਲੱਗੇ ਹਾਂ, ਉਸੇ ਵੇਲੇ ਸਭਨਾ ਦੇ ਨੇਤਰਾਂ ਦਾ ਜਲ ਭਰ ਆਇਆ। ਸਭਨਾ ਦੇ ਨੇਤਰਾਂ ਦੇ ਕਿਸੇ ਪ੍ਰਕਾਰ ਕੋਈ ਰਹਿ ਨਹੀਂ ਗਿਆ। ਜਿੰਨੇ ਬੈਠੇ ਸਨ ਸਭਨਾ ਦੇ ਨੇਤਰਾਂ ਅੰਦਰ ਗੁਰ ਸੰਗਤ ਦੀ ਜਲ ਭਰ ਆਇਆ ਕੇ ਦੀ। ਵਰਨ ਸਦਨ ਦੁੱਧ ਜਿਮ ਅਰਬਿੰਦ। ਭਾਈ ਸਾਹਿਬ ਦਾ ਪਿਆਰਾ ਬਚਨ ਕੇ ਕਹਿਣ ਲੱਗੇ ਉਂਝ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਚਿਹਰਾ ਜਿਹੜਾ ਕਿ ਉਹ ਇਸ ਢੰਗ ਨਾਲ ਖਿੜਿਆ ਕਿ ਅਜੇ ਵੀ ਜਿਵੇਂ ਕਮਲ ਦਾ ਫੁੱਲ ਖੜਿਆ ਹੁੰਦਾ। ਮਹਾਰਾਜ ਸਾਹਿਬ ਦਾ ਆਪਣਾ ਚਿਹਰਾ ਕਮਲ ਦੇ ਫੁੱਲ ਵਾਂਗ ਖੜਿਆ ਗਿਆ ਜੀ। ਕਰੇ ਪ੍ਰੇਮ ਕੋ ਹੇਤ ਬਰੇਸਾ। ਸਿੱਖਾਂ ਦੇ ਨੈਣਾਂ ਵਿੱਚੋਂ ਨੀਰ ਵਹਿ ਰਿਹਾ, ਮਨ ਮੁਰਝਾਏ ਆ, ਪਰ ਫਿਰ ਵੀ ਬੜੇ ਪਿਆਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਿਹਰੇ ਨੂੰ ਵੇਖਿਆ ਜਾ ਰਿਹਾ। ਸ੍ਰੀ ਗੁਰੂ ਮਹਾਰਾਜ ਦੇ ਪਵਿੱਤਰ ਚਿਹਰੇ ਨੂੰ ਤੱਕਿਆ ਜਾ ਰਿਹਾ ਕਿ ਜੀ ਬੋਲਣ ਕੇ ਸਮਰੱਥ ਨ ਹੋਏ। ਹੁਣ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਵੀ ਅਸੀਂ ਤਨ ਤਿਆਗਣਾ ਹੈ, ਤੇ ਅੰਦਰ ਤੇ ਇੰਨਾ ਦੁੱਖ ਪੈਦਾ ਹੋ ਗਿਆ ਵੀ ਬੋਲਣ ਦੇ ਸਮਰੱਥਾ ਹੀ ਨਾ ਰਹੀ ਕਿਸੇ ਦੇ। ਮਹਾਰਾਜ ਨੇ ਆਖਿਆ ਬੋਲ ਕੇ ਦੱਸੋ ਤੇ ਹੁਣ ਬੋਲਣ ਕੀ? ਭਾਈ ਸਾਹਿਬ ਦਾ ਪਿਆਰਾ ਬਚਨ ਕਿ ਸਭ ਗੁਰਸਿੱਖ ਜਿਹੜੇ ਨੇ ਉਹ ਬੋਲਣ ਤੋਂ
ਇਹ ਮਹਾਰਾਜ ਸਾਹਿਬ ਜੀ ਦਾ ਪਿਆਰਾ ਬਚਨ ਕਿ ਬਸ ਹੋ ਗਏ ਕਾਨਾ ਇਕ ਟਾਕੁਰ ਸਰੂਪ ਕੋ ਬਸ ਜੋਏ ਗੁਰੂ ਮਹਾਰਾਜ ਜੀ ਦੇ ਸਾਹਮਣੇ ਬੈਠੇ ਕੋਈ ਇੱਕੋ ਟੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਿਹਰੇ ਨੂੰ ਤੱਕੀ ਜਾਂਦੇ ਆ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਨੂੰ ਵੇਖਦੇ ਪਏ ਕਾਨਾ ਤੇਰੇ ਹਜ਼ਾਰਾਂ ਤੂੰ ਸਤਿਗੁਰੂ ਸੰਤਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਅੰਦਰ ਗੁਰ ਸੰਗਤ ਦੀ ਹਜ਼ਾਰਾਂ ਸਿੱਖ ਬੈਠੇ ਆ, ਪਰ ਸਾਰੇ ਸਿੱਖ ਜਿਹੜੇ ਨੇ ਉਹ ਚੁੱਪ ਕਰਕੇ ਬੈਠੇ। ਦੂਸ਼ਣ ਦਾ ਕ੍ਰਿਅਰਥ ਹੈ ਸਨਾਟਾ ਸਾਧਨ, ਚੁੱਪ ਕਰ ਜਾਣਾ। ਸਾਰੇ ਸਿੱਖ ਮਹਾਰਾਜ ਜੀ ਦੇ ਸਾਹਮਣੇ ਚੁੱਪ ਕਰਕੇ ਬੈਠੇ ਹੋਏ ਗਾਨਾ ਕਿਸਮਤ ਹਿਰਦੇ ਕਸ਼ਟ ਜਿਨ ਭਾਰੇ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਉਹ ਹੈਰਾਨ ਹੋ ਰਹੇ ਆ ਤੇ ਏਦਾਂ ਹੁੰਦਾ ਪਿਆ ਜਿਵੇਂ ਬਹੁਤ ਵੱਡਾ ਕੋਈ ਦੁੱਖ ਲੱਗ ਗਿਆ ਹੋਵੇ, ਜਿਵੇਂ ਇਸ ਸੰਸਾਰ ਅੰਦਰ ਰਹਿੰਦਿਆਂ ਕੋਈ ਵੱਡਾ ਦੁੱਖ ਲੱਗ ਗਿਆ ਹੋਵੇ ਜੀ। ਸਭ ਕੁਛ ਦੇਖ ਬਹੁਤ ਗੁਰ ਕਹਿਓ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭਨਾ ਗੁਰਸਿੱਖਾਂ ਵੱਲ ਤੱਕਿਆ ਤੇ ਸਭਨਾ ਸਿੱਖਾਂ ਵੱਲ ਵੇਖ ਕੇ ਮਹਾਰਾਜ ਆਪਣੀ ਪਾਵਨ ਰਸਨਾ ਚੋਂ ਬਚਨ ਕਰਨਾ ਕਰਦੇ ਕਾਨਾ ਇਸਮੇ ਕਿਆ ਅਚਰਜ ਤੁਮ ਲੈ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਗੁਰਸਿੱਖੋ ਅਸੀਂ ਆਪਣਾ ਪੰਜ ਭੂਤਕ ਸਰੀਰ ਤਿਆਗਣਾ ਵਾ। ਤੇ ਸਾਡੀ ਇਹ ਗੱਲ ਸੁਣ ਕੇ ਬੜੇ ਹੈਰਾਨ ਹੋ ਗਏ ਹੋ, ਪਰ ਇਹ ਹੈਰਾਨੀ ਵਾਲੀ ਗੱਲ ਕਾਹਦੀ। ਮਹਾਰਾਜ ਸਾਹਿਬ ਨੇ ਆਖਿਆ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਹੇ ਜੀ, ਸਿੰਤਾ ਜਮ ਜਪੋ ਪਰਵਾ ਕਿਉਂਕਿ ਸਤਿਗੁਰੂ ਮਹਾਰਾਜ ਨੇ ਆਖਿਆ ਇਹ ਜਿਹੜਾ ਸੰਸਾਰ ਆ ਨਾ ਇਹ ਇੱਕ ਨਦੀ ਦੇ ਪ੍ਰਵਾਹ ਵਰਗਾ ਵਾ। ਸੰਸਾਰ ਜਿਹੜਾ ਉਹ ਨਦੀ ਦੇ ਪਾਣੀ ਵਰਗਾ ਹੈ। ਸ੍ਰੀ ਗੁਰੂ ਮਹਾਰਾਜ ਨੇ ਬਚਨ ਕਰਕੇ ਆਖਿਆ ਨਦੀ ਦੇ ਪ੍ਰਵਾਹ ਵਰਗਾ ਗਏ ਤੇਰੇ ਜੀ। ਨ ਕੋ ਸਭ ਚਲ ਜਾ ਇਸ ਕਰਕੇ ਮਹਾਰਾਜ ਸਾਹਿਬ ਨੇ ਆਖਿਆ ਜਿਵੇਂ ਪਾਣੀ ਨਹੀਂ ਨਾ ਕਿਸੇ ਜਗ੍ਹਾ ਤੇ ਟਿਕਦਾ, ਗੁਰ ਸੰਗਤ ਦੀ ਇਹ ਗੱਲ ਚੇਤੇ ਰੱਖੋ, ਇਸੇ ਢੰਗ ਨਾਲ ਇਸ ਦੁਨੀਆ ਅੰਦਰ ਬੰਦਾ ਵੀ ਕੋਈ ਨਹੀਂ ਟਿਕਦਾ। ਜਿਵੇਂ ਪਾਣੀ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ, ਹਰ ਇੱਕ ਜੀਵ ਪੈਦਾ ਹੁੰਦਾ ਤੇ ਉਹ ਵੀ ਤੁਰਿਆ ਜਾਂਦਾ, ਇਹ ਇਕੱਲਾ ਬੰਦਾ ਨਹੀਂ। ਵਾਹਿਗੁਰੂ ਜੀ ਕੁਝ ਵੀ ਨਹੀਂ ਟਿਕਦਾ। ਬਨਸਪਤੀ ਅਸੀਂ ਇੱਕ ਵਾਰ ਪਿੱਛੇ ਬੇਨਤੀ ਕੀਤੀ ਸੀ, ਜਦੋਂ ਵਿਵਾਹ ਕਾਰਜ ਹੁੰਦਾ ਹੈ ਨਾ, ਜਦੋਂ ਜੇ ਤੇ ਉੱਥੇ ਕਥਾ ਹੋਵੇ, ਪਹਿਲੀ ਤੇ ਗੱਲ ਸਾਡੇ ਕੋਲ ਆਨੰਦ ਕਾਰਜ ਦੇ ਵਕਤ ਕਥਾ ਕੀਰਤਨ ਦਾ ਟਾਈਮ ਨਹੀਂ ਰਹੇਗਾ। ਇੱਥੇ ਵੀ ਨਾ ਕਈ ਬੰਦੇ ਨਾਲ ਚੁਟਕੀ ਮਾਰਨਗੇ, ਬਾਬਾ ਜੀ ਇੰਨੇ ਚ ਕਰ ਦਿਓ, ਤੇ ਮੈਂ ਇੱਕੋ ਹੀ ਬੇਨਤੀ ਕਰਦਾ ਨਾ ਵੀ ਜਿਹਨੂੰ ਇੰਨੀ ਛੇਤੀ ਚਲੇ ਜਾਓ ਅਸੀਂ ਤੇ ਉਨਾ ਹੀ ਟਾਈਮ ਲਾਵਾਂਗੇ ਜਿੰਨਾ ਲੱਗਦਾ ਹੈ। ਇਹ ਥੋੜਾ ਵਾ ਵੀ ਅਸੀਂ ਹੁਣ ਸਵੇਰ ਦੇ ਡੀਕ ਰਹੇ 1 ਵੱਜ ਗਿਆ ਤੇ ਹੁਣ ਤੁਸੀਂ ਕੋ ਵੀ ਇੰਨੇ ਚ ਹੀ ਕਰ ਦਿਓ, ਇਦਾਂ ਤਾਂ ਨਹੀਂ ਹੋਵੇਗਾ। ਪਰ ਜੇ ਕਿਤੇ ਆਨੰਦ ਕਾਰਜ ਦੇ ਕਥਾ ਹੋਵੇ ਤੇ ਗੱਲ ਦੋਵਾਂ ਦੀਆਂ ਨੂੰ ਕਹੀ ਜਾਂਦੀ ਵੀ ਤੁਸੀਂ ਜੀਵਨ ਸਾਥੀ ਹੋ। ਜੀਵਨ ਸਾਥੀ ਦਾ ਕਰੇ ਅਰਥ ਕਿ ਉਨਾ ਚਿਰ ਸਾਥੀ ਕੋ ਜਿੰਨਾ ਚਿਰ ਜੀਵਨ ਹੈ। ਜੀਵਨ ਸਾਥੀ ਮਤਲਬ ਜਿੰਨਾ ਚਿਰ ਜੀਵਨ ਕੇ ਉਨਾ ਚਿਰ ਸਾਥੀ ਕੋ। ਜਿੱਦਣ ਜੀਵਨ ਖਤਮ ਹੋ ਗਿਆ ਉਦੋਂ ਕੋਈ ਕਿਸੇ ਦਾ ਸਾਥੀ ਨਹੀਂ। ਜੀਵਨ ਸਾਥੀ ਸਿਰਫ ਜਿੰਨਾ ਚਿਰ ਜੀਵਨ ਉਨਾ ਚਿਰ ਇੱਕ ਦੂਜੇ ਦੇ ਸਾਥੀ ਆ। ਇਸ ਕਰਕੇ ਜੀਵਨ ਸਾਥੀ ਕਿਹਾ ਜਾਂਦਾ, ਕਿਸੇ ਨੂੰ ਮਰਨ ਸਾਥੀ ਨਹੀਂ ਕਿਹਾ ਜਾਂਦਾ। ਪਰ ਮਹਾਰਾਜ ਸਾਹਿਬ ਨੇ ਬਚਨ ਕਰਕੇ ਆਖਿਆ ਕਹਿਣ ਲੱਗੇ ਇਹ ਸੰਸਾਰ ਇੱਕ ਨਦੀ ਦੇ ਪ੍ਰਵਾਹ ਵਰਗਾ ਕੇ ਗੁਰਸਿੱਖੋ ਜਿਵੇਂ ਪਾਣੀ ਨਹੀਂ ਰੁਕਦਾ ਤਿਵੇਂ ਸੰਸਾਰ ਵੀ ਨਹੀਂ ਰੁਕਦਾ। ਸ੍ਰੀ ਗੁਰੂ ਮਹਾਰਾਜ ਨੇ ਆਖਿਆ ਤਿਵੇਂ ਸੰਸਾਰ ਵੀ ਨਹੀਂ ਰੁਕਦਾ ਜੀ। ਅਨਹੋਤ ਹੋਤ ਕੋ ਹੇਰੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਜੇ ਤਾਂ ਹੋਵੇ ਅਣਹੋਣੀ ਗੱਲ, ਮਤਲਬ ਵੀ ਅੱਜ ਤੱਕ ਕੋਈ ਬੰਦਾ ਦੁਨੀਆ ਚੋਂ ਨਹੀਂ ਗਿਆ ਤੇ ਮੈਂ ਕਹਾਂ ਮੈਂ ਇਕੱਲਾ ਚੱਲਿਆ ਹਾਂ। ਸ੍ਰੀ ਗੁਰੂ ਮਹਾਰਾਜ ਸਾਹਿਬ ਨੇ ਆਖਿਆ ਜੇ ਅਣਹੋਣੀ ਗੱਲ ਹੋਵੇ ਜੀ ਜੋ ਤੁਸ ਪਿਬੋ ਲਖੋ ਫਿਰ ਬਢੇਰੋ ਤਾਂ ਸੋਚਣਾ ਠੀਕ ਆ, ਫਿਰ ਤਾਂ ਬੰਦੇ ਨੂੰ ਸੋਚਣਾ ਚਾਹੀਦਾ ਹੈ ਨਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਸੇ ਕਰਕੇ ਆਖਿਆ ਚਿੰਤਾ ਤਾਂ ਕੀ ਕੀਜੀਏ। ਚਿੰਤਾ ਉਸ ਗੱਲ ਦੇ ਕਰ ਜੋ ਅਣਹੋਣੀ ਹੋਏ, ਜਿਹੜੀ ਅਣਹੋਣੀ ਹੋ ਗਈ ਆ ਵੀ ਅੱਜ ਕੱਲ ਹੋਰ ਕਿਸੇ ਨਾਲ ਉਹ ਇਦਾਂ ਹੋਇਆ ਨਹੀਂ ਤੇ ਸਾਡੇ ਇਕੱਲੇ ਨਾਲ ਹੋ ਗਈ ਆ। ਪਰ ਮਹਾਰਾਜ ਨੇ ਆਖਿਆ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਹੋਏ। ਇਹ ਤੇ ਸਾਰੀ ਦੁਨੀਆ ਦਾ ਰਸਤਾ ਹੈ ਨਾ। ਯਾਦ ਰੱਖੋ ਦੁੱਖ ਤੋਂ ਕੋਈ ਬੰਦਾ ਸੰਸਾਰ ਅੰਦਰ ਬਚ ਸਕਦਾ ਹੈ। ਜ਼ਰੂਰੀ ਨਹੀਂ ਵੀ ਹਰ ਕਿਸੇ ਬੰਦੇ ਨੂੰ ਇੱਕ ਦੁੱਖ ਲੱਗੇ, ਪਰ ਮੌਤ ਵਾਲਾ ਇੱਕ ਇਦਾਂ ਦਾ ਰਸਤਾ ਕਿ ਇਸ ਰਸਤੇ ਤੋਂ ਕੋਈ ਨਹੀਂ ਬਚ ਸਕਦਾ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ, ਕੋਈ ਰਹਿਣਾ ਨਹੀਂ ਕਿਸੇ ਨੇ, ਇਹ ਸਾਰੀ ਦੁਨੀਆ ਦਾ ਰਸਤਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੇ ਪਿਆਰ ਨਾਲ ਬਚਨ ਆਖਿਆ ਜੇ ਹੋਵੇ ਅਣਹੋਣੀ ਵੀ ਹੋਰ ਕਿਸੇ ਨਾਲ ਨਹੀਂ ਹੋਈ ਤੇ ਮੈਂ ਇਕੱਲਾ ਕਹਾਂ ਵੀ ਮੈਂ ਤਨ ਥਾਕਣ ਲੱਗਾ, ਫਿਰ ਤੋਂ ਸੋਚੋ ਤੁਸੀਂ। ਫਿਰ ਤਾਂ ਇਸ ਬੰਦੇ ਨੂੰ ਸੋਚਣਾ ਚਾਹੀਦਾ ਕਿ ਜੀ ਤੂੰ ਸਦਾ ਹੋਤ ਹੀ ਆਈ। ਪਰ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ ਗੁਰ ਕੀ ਸੰਗਤ ਦੀ ਇਹ ਤਾਂ ਆਦਿ ਕਾਲ ਤੋਂ ਹੀ ਹੁੰਦਾ ਆਇਆ, ਇਹ ਤਾਂ ਸਦੀਵ ਕਾਲ ਤੋਂ ਹੀ ਚੱਲਦਾ ਆਇਆ।
ਮਹਾਰਾਜ ਸਾਹਿਬ ਨੇ ਆਖਿਆ ਇਹ ਤਾਂ ਸਦਾ ਤੋਂ ਹੀ ਹੁੰਦੀ ਆਈ ਕਹਿੰਦੀ। ਕਰੋ ਵਿਚਾਰ ਨ ਥਿਰ ਕੇ ਮਹਾਰਾਜ ਪਾਈ। ਬੜੇ ਪਿਆਰ ਨਾਲ ਕਹਿੰਦੇ ਜਰਾ ਤੁਸੀਂ ਆਪਣੇ ਆਪਣੇ ਮਨ ਅੰਦਰ ਵਿਚਾਰ ਕਰਕੇ ਵੇਖੋ ਤਾਂ ਵੀ ਆਦਿਕਾਲ ਤੋਂ ਲੈ ਕੇ ਅਜੇ ਤੱਕ ਕੋਈ ਬੰਦਾ ਟਿਕਿਆ ਜਿਹੜਾ ਬਾਹ ਖੜੀ ਕਰਕੇ ਕਵੇ ਵੀ ਮੈਂ ਨਹੀਂ ਮਰਿਆ ਲੇਦਾ। ਸ੍ਰੀ ਗੁਰੂ ਮਹਾਰਾਜ ਨੇ ਆਖਿਆ ਕੋਈ ਬੰਦਾ ਜਿਹੜਾ ਕਿ ਉਹ ਟਿਕਿਆ ਨਹੀਂ। ਹੁਣ ਅਸੀਂ ਇੱਕ ਵਾਰ ਪਿੱਛੇ ਕਿਹਾ ਸੀ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਯਾਦ ਰੱਖੋ ਕਿ ਮੌਤ ਵੀ ਹੁੰਦੀ ਇੱਕ ਦਾਤ ਹੈ। ਹੁਣ ਅਸੀਂ ਡਰਦੇ ਆ ਨਾ ਮੌਤ ਤੋਂ ਵੀ ਕਿਤੇ ਮੌਤ ਨਾ ਹੋ ਜਾਏ, ਪਰ ਭਾਈ ਸਾਹਿਬ ਜੀ ਕਹਿੰਦੇ ਇਹ ਚੇਤਾ ਰੱਖੋ ਇਹ ਹੁੰਦੀ ਇੱਕ ਦਾਤ ਹੈ। ਕਿਉਂ ਦਾਤ ਆ? ਕਹਿੰਦੇ ਇਸ ਕਰਕੇ ਦਾਤ ਆ ਵੀ ਜੇ ਬੰਦਾ ਚੜ੍ਹਾਈ ਨਾ ਕਰੇ ਤੇ ਤੁਸੀਂ ਆਪਣੇ ਘਰਾਂ 'ਚ ਤਿਆਰ ਮਾਰੋ। ਹੁਣ ਸਾਡੇ ਘਰਾਂ ਵਿੱਚ ਇੰਨੇ ਬਜ਼ੁਰਗਾਂ ਦੇ ਮੰਜੇ ਜੱਟੇ ਹੁੰਦੇ ਤੇ ਅੱਜ ਕੱਲ੍ਹ ਦੀ ਪੀੜ੍ਹੀ ਪਛਾਣਦੀ ਬਣਾ, ਅਗਲੀ ਪੀੜ੍ਹੀ ਤੇ ਪਛਾਣ ਨੂੰ ਹਟ ਜਾਏਗੀ। ਮੰਨ ਕੇ ਚੱਲੋ ਜਿੱਦਾਂ ਬਾਪ ਕਿ ਉਹ ਪਛਾਣੇਗਾ, ਦਾਦਾ ਪੜਦਾਦਾ ਤੇ ਜਿਹੜੀਆਂ 10ਵੀਂ ਪੀੜ੍ਹੀ ਅੱਗੇ ਆ ਗਈ ਉਹਨੇ ਕੀ ਕਹਿਣਾ ਸੀ? ਪੁੱਛੇ ਕਰਨਾ ਸੀ ਨਾ ਵੀ ਆਹ ਕਿਹਨਾਂ ਦਾ ਬਾਪੂ ਆ, ਤੇ ਹਾਸੇ ਦੀ ਗੱਲ ਕਈਆਂ ਬਾਪੂਆਂ ਰਲ ਵੀ ਜਾਇਆ ਕਰਨਾ ਸੀ। ਪਛਾਣ ਭੁੱਲ ਜਾਣੀ ਇੱਕ ਦਾਤ ਕੇ ਕਹਿੰਦੇ ਇਸ ਕਰਕੇ ਦਾਤ ਕੇ ਕਿਉਂਕਿ ਵਾਹਿਗੁਰੂ ਉਹ ਪੁਰਾਣੇ ਤੋਂ ਨਵਾਂ ਕਰ ਦਿੰਦਾ ਹੈ। ਜਦੋਂ ਉਹਨੂੰ ਪਤਾ ਲੱਗਾ ਨਾ ਵੀ ਇਹ ਸਰੀਰ ਹੁਣ ਜਰਜਰਾ ਹੋ ਗਿਆ, ਜਿਹਨੂੰ ਕਬੀਰ ਸਾਹਿਬ ਨੇ ਆਖਿਆ ਕਬੀਰ ਬੇੜਾ ਜਰਜਰਾ, ਉਹ ਕਹਿੰਦੇ ਮੇਰਾ ਤੇ ਹੁਣ ਸਰੀਰ ਜਰਜਰਾ ਪੁਰਾਣਾ ਹੋ ਗਿਆ। ਫੂਟੇ ਛੇਕ ਖਜਾਰ, ਕਹਿੰਦੇ ਖਜਾਰਾ ਛੇਕ ਹੋ ਗਏ। ਕਦੀ ਕੰਨ ਪੀੜ ਕਰਦਾ, ਲੱਕ ਪੀੜ ਕਰਦਾ, ਗੋਡਾ ਪੀੜ ਕਰਦਾ, ਮੋਢਾ ਕਰਦਾ, ਪੈਰ ਕਰਦਾ, ਹਜ਼ਾਰਾਂ ਛੇਕ ਹੋ ਗਏ। ਕਹਿੰਦੇ ਰੱਬਾ ਹੁਣ ਤੇ ਮੈਂ ਕਹਿਣਾ ਵਾ ਵੀ ਇਹ ਬੇੜਾ ਬਦਲੀ ਦੇ, ਨਵੀਂ ਬੇੜੀ ਦੇ ਡੁੱਬੂ ਕਿਤੇ ਡਿੱਗੂ ਕਿਤੇ, ਕੀ ਲਾਭ ਹੋਇਆ? ਸ੍ਰੀ ਗੁਰੂ ਮਹਾਰਾਜ ਸਾਹਿਬ ਦੀ ਕਈ ਬਚਨ ਕਹਿੰਦੇ ਜਰਾ ਵਿਚਾਰ ਕੇ ਵੇਖੋ ਕਾ ਵੀ ਰਿਹਾ ਅੱਜ ਤੱਕ ਕੋਈ। ਮਹਾਰਾਜ ਸਾਹਿਬ ਨੇ ਆਖਿਆ ਅੱਜ ਤੱਕ ਕੋਈ ਬੰਦਾ ਸੰਸਾਰ ਅੰਦਰ ਨਹੀਂ ਟਿਕਿਆ ਜੀ। ਮਹਾ ਸਮਤ ਬੁੱਧ ਬਲ ਕੇਰੇ। ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਗੁਰਸਿੱਖੋ ਚਲੋ ਆਮ ਬੰਦਿਆਂ ਦੀ ਤੁਸੀਂ ਗੱਲ ਛੱਡ ਦਿਓ, ਜਿਹੜੇ ਆਮ ਬੰਦੇ ਨੇ ਨਾ ਸਿਰਫ ਘਰਾਂ ਤੱਕ ਸੀਮਤ ਉਹਨਾਂ ਦੀ ਗੱਲ ਛੱਡ ਦਿਓ। ਮਹਾਰਾਜ ਸਾਹਿਬ ਨੇ ਆਖਿਆ ਜਿਹੜੇ ਵੱਡੇ ਵੱਡੇ ਸਮਰੱਥਾ ਵਾਲੇ ਬੰਦੇ ਸਨ, ਜਿਨ੍ਹਾਂ ਕੋਲ ਇੰਨੀ ਬੁੱਧੀ ਇੰਨੀ ਅਕਲ ਕਿ ਉਹਨਾਂ ਦੀ ਅਕਲ ਦੁਨੀਆ ਦੇ ਹਰ ਇੱਕ ਕੋਨੇ ਤੱਕ ਚਲੇ ਗਈ ਤੇ ਲੋਕ ਹੈਰਾਨ ਹੋਏ। ਤੇ ਮਹਾਰਾਜ ਸਾਹਿਬ ਨੇ ਆਖਿਆ ਇੰਨੀ ਸਰੀਰ ਅੰਦਰ ਤਾਕਤ, ਜਿਨ੍ਹਾਂ ਦੀ ਸਰੀਰਕ ਤਾਕਤ ਅੱਗੇ ਮੌਤ ਵੀ ਨਾ ਕੱਢ ਸਕੇ। ਮਹਾਰਾਜ ਸਾਹਿਬ ਨੇ ਆਖਿਆ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਬੁੱਧੀ ਗਏ ਅਕਲ ਗਏ। ਤੇ ਸ੍ਰੀ ਗੁਰੂ ਮਹਾਰਾਜ ਨੇ ਆਖਿਆ ਜਿਹੜੇ ਬੰਦੇ ਸਰੀਰ ਕਰਕੇ ਬਹੁਤੇ ਬਲਵਾਨ ਹਨ, ਫਿਰਿਓ ਨ ਜਗ ਕੋ ਭੈ ਕਨੇ। ਮਹਾਰਾਜ ਨੇ ਆਖਿਆ ਏਦਾਂ ਦੇ ਬਹੁਤ ਲੋਕ ਸੰਸਾਰ ਅੰਦਰ ਪੈਦਾ ਹੋਏ ਆ, ਪਰ ਇਹ ਚੇਤਾ ਰੱਖੋ ਉਹ ਟਿਕੇ ਨਹੀਂ। ਗੁਰਸੰਗਤ ਦੀ ਕੋਈ ਵੇਖਿਆ ਵੀ ਬੰਦਾ ਬਹੁਤ ਸਿਆਣਾ ਹੋਵੇ ਤੇ ਰਹਿ ਗਿਆ ਹੋਵੇ ਦੁਨੀਆ 'ਚ? ਮਹਾਰਾਜ ਨੇ ਆਖਿਆ ਨਹੀਂ ਜਾਂਦਾ ਇਹ। ਅਸੀਂ ਵਾਹਿਗੁਰੂ ਪਰਸੋਂ ਦੌਤ ਇੱਕ ਬੇਨਤੀ ਕੀਤੀ ਸੀ, ਇੱਕ ਮਹਾਂਪੁਰਖ ਦਾ ਜੀਵਨ ਪੜ੍ਹਨ ਦਾ ਸਬਬ ਬਣਿਆ। ਉਹਦੇ 'ਚ ਉਹਨਾਂ ਲਿਖਿਆ ਸੀ ਕਿ ਜੇ ਕਿਸੇ ਨੂੰ ਸੱਪ ਲੜ ਜਾਂਦਾ ਸੀ ਤੇ ਉਹ ਮਹਾਂਪੁਰਖ ਚੂਸ ਕੇ ਜ਼ਹਿਰ ਕੱਢ ਦਿੰਦੇ ਸਨ। ਮੰਨ ਕੇ ਚਲੋ ਉਂਗਲ ਤੇ ਸੱਪ ਲੜਿਆ, ਉਹਨਾਂ ਨੂੰ ਚੂਸਣਾ ਰੱਬ ਨੇ ਤਾਕਤ ਦਿੱਤੀ ਸੀ ਤੇ ਉਹਦਾ ਜ਼ਹਿਰ ਕੱਢ ਦੇਣਾ। ਪਰ ਗੱਲ ਇਹ ਹੋਈ ਵੀ ਜਦੋਂ ਉਹਨਾਂ ਦਾ ਆਪਣਾ ਸਰੀਰ ਦਾ ਪਾਇਆ ਉਧਰ ਵੀ ਸੱਪ ਹੀ ਲੜਿਆ, ਪਰ ਉਹ ਸੱਪ ਲੜ ਗਿਆ ਉੱਥੇ ਜਿੱਥੇ ਮੂੰਹ ਨਹੀਂ ਸੀ ਜਾ ਸਕਦਾ, ਮੌਰਾ ਵਿੱਚ। ਵਿਦਵਾਨ ਲਿਖਣ ਵਾਲਾ ਕਹਿੰਦਾ ਘਰਾੜਗੀ ਵੇਖੋ ਲੋਕਾਂ ਦਾ ਇਲਾਜ ਕਰਦਾ ਕਰਦਾ ਆਪ ਸੱਪ ਦੇ ਹੱਥੋਂ ਹੀ ਮਰੇ। ਭਾਵੇਂ ਮਹਾਂਪੁਰਖ ਬੰਦਗੀ ਵਾਲਾ ਉਹ ਇੱਕ ਵੱਖਰੀ ਗੱਲ ਹੈ। ਸ੍ਰੀ ਗੁਰੂ ਮਹਾਰਾਜ ਨੇ ਆਖਿਆ ਬੁੱਧੀ ਕਰਕੇ ਬਲ ਕਰਕੇ ਜਿਹੜੇ ਲੋਕ ਤਗੜੇ ਹੋਏ ਨੇ, ਮਹਾਰਾਜ ਸਾਹਿਬ ਨੇ ਆਖਿਆ ਉਹ ਟਿਕੇ ਨੇ ਸੰਸਾਰ ਅੰਦਰ, ਉਹਨਾਂ ਨੂੰ ਵੀ ਜਾਣਾ ਪਿਆ ਕੇ ਦੀ। ਜਾਤੇ ਕਹਿਓ ਨਿਜ ਨਿਜ ਕੰਤ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖੋ ਤੁਸੀਂ ਇਸ ਚੱਕਰ ਦਾ ਨਾ ਪਾਓ, ਅਸੀਂ ਆਪਣਾ ਤਨ ਤਿਆਗਣਾ ਤੇ ਆਪਣੇ ਅੰਦਰ ਦੀ ਇੱਛਾ ਦੱਸੋ। ਮਹਾਰਾਜ ਨੇ ਆਖਿਆ ਕਿਰਪਾ ਕਰਕੇ ਆਪਣੀ ਵਿਚਾਰ ਦੱਸਣਾ ਕਰੋ ਜੀ। ਸਮਾਹਮ ਆਪਨੋ ਭਾਖਾ। ਕਿਉਂਕਿ ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਕਹਿ ਦਿੱਤਾ ਸਾਡਾ ਅੰਤ ਵਾਲਾ ਸਮਾਂ ਆ ਗਿਆ ਤੇ ਇਹਦਾ ਮਤਲਬ ਆ ਗਿਆ, ਸਾਡਾ ਅੰਤ ਵਾਲਾ ਸਮਾਂ ਬਿਲਕੁਲ ਲਾਗੇ ਆ ਗਿਆ ਜੀ। ਸ੍ਰੀ ਹਰਿ ਸੰਗ ਪੁਨ ਕਹਿਓ। ਹੁਣ ਭਾਈ ਸਾਹਿਬ ਦਾ ਪਿਆਰਾ ਬਚਨ ਅਗੇ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ ਨੂੰ ਸੰਬੋਧਨ ਹੋ ਕੇ ਬਚਨ ਕੀਤੇ। ਸਤਵੇਂ ਪਾਤਸ਼ਾਹ ਨੂੰ ਸੰਬੋਧਨ ਹੋ ਕੇ ਕਹਿੰਦੇ ਕਰਨਾ ਜੋਗ ਕਰਬੋ ਜਿਮ ਲਹਿਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾ ਬਚਨ ਇਹ ਆਖਿਆ, ਮਹਾਰਾਜ ਸਾਹਿਬ ਜੀ ਨੇ ਆਖਿਆ ਕਿ ਘਰ ਰਾਏ ਸਾਹਿਬ ਦੀ ਗੁਰੂ ਘਰ ਦੀ ਮਰਜ਼ਾਦਾ ਉਵੇਂ ਚਲਾਉਣੀ ਹੈ ਜਿਵੇਂ ਪਹਿਲੇ ਗੁਰੂ ਸਾਹਿਬਾਨ ਨੇ ਚਲਾਈ ਹੈ। ਸ੍ਰੀ ਗੁਰੂ ਮਹਾਰਾਜ ਦੇ ਘਰ ਦੀ ਮਰਜ਼ਾਦਾ ਉਦਾਂ ਹੀ ਚਲਾਉਣੀ ਗਏ ਜੀ। ਸੋ ਤੁਮ ਕਰੋ ਸਦਾ ਉਪਦੇਸ਼। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਅਗਲਾ ਬਚਨ ਆਖਿਆ ਵੀ ਸ੍ਰੀ ਘਰ ਰਾਏ ਸਾਹਿਬ ਦੇ ਹੁਣ ਤੁਸੀਂ ਗੁਰੂ ਬਣ ਗਏ ਹੋ। ਅਗਲਾ ਗੁੱਸਾ ਕਰਦਾ ਤੇ ਕਰੀ ਜਾਵੇ ਪਰ ਸਿੱਖਾਂ ਨੂੰ ਤੁਸੀਂ ਉਪਦੇਸ਼ ਜ਼ਰੂਰ ਦੇਣਾ।
ਸਦੀਵ ਕਾਲ ਵਾਸਤੇ ਸਿੱਖਾਂ ਨੂੰ ਉਪਦੇਸ਼ ਕਰਨਾ ਕਹੇ ਅੰਤ ਜੀ। ਸਮਾਂ ਹਮ ਆਪਣੋ ਤੇ ਭਾਖਾ ਮਹਾਰਾਜ ਕਹਿੰਦੇ ਕਾਟੋ ਸਿੱਖਿਆਨ ਕੇਰ ਕਲੇਸ਼। ਇਹ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਸਿੱਖਾਂ ਦੇ ਅੰਦਰ ਦੇ ਕਲੇਸ਼ ਤੁਸੀਂ ਕੱਟਣੇ ਆ, ਇਹਨਾਂ ਦੇ ਅੰਦਰ ਦੇ ਦੁੱਖਾਂ ਦਾ ਖਾਤਮਾ ਕਰਨਾ ਕਹੇ ਹਮ ਜੀ। ਸਮ ਜਾਗੋ ਪਾਂਚਲ ਰਾਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਜਿਵੇਂ ਸਾਨੂੰ ਵੇਖਿਆ ਵੀ ਅਸੀਂ ਪਿਛਲੀ ਰਾਤ ਜਾਗਦੇ ਰਹੇ ਹਾਂ, ਜਿੰਨਾ ਚਿਰ ਸਰੀਰ ਅੰਦਰ ਇੱਕ ਵੀ ਸਵਾਸ ਬਾਕੀ ਕਿ ਪਿਛਲੇ ਪੈਰ ਰਾਤ ਜ਼ਰੂਰ ਜਾਗਣਾ। ਮਹਾਰਾਜ ਸਾਹਿਬ ਨੇ ਆਖਿਆ ਅੰਮ੍ਰਿਤ ਵੇਲੇ ਜ਼ਰੂਰ ਜਾਗਣਾ ਕਹੇ ਸੋਚ ਜੀ। ਇਸਨਾਨ ਕਰਹੁ ਤਿਸ ਔਰ ਭਾਤੀ ਜਾਗਣ ਤੋਂ ਬਾਅਦ ਪਹਿਲਾ ਕਰਮ ਜਿਹੜਾ ਕਰਨਾ ਕਿ ਉਹ ਇਸ਼ਨਾਨ ਪਾਣ ਦਾ ਤਨ ਦੀ ਸ਼ੁੱਧ ਹੁੰਦਾ। ਮਹਾਰਾਜ ਨੇ ਆਖਿਆ ਜਾਗਣਾ ਕਿ ਫਿਰ ਇਸ਼ਨਾਨ ਪਾਣ ਕਰਨਾ ਕਹੇ ਜੀ। ਆਤਮ ਗਿਆਨ ਹਿਰਦੇ ਮੈਂ ਰਾਖਾ ਔਰ ਸ੍ਰੀ ਗੁਰੂ ਮਹਾਰਾਜ ਨੇ ਆਖਿਆ ਉਸ ਤੋਂ ਬਾਅਦ ਆਪਣੇ ਆਤਮਿਕ ਗਿਆਨ ਨੂੰ ਪਰਪੱਕ ਕਰਨ ਵਾਸਤੇ, ਆਪਣੇ ਹਿਰਦੇ ਦੇ ਗਿਆਨ ਨੂੰ ਪੱਕਾ ਕਰਨ ਵਾਸਤੇ ਜੀ ਭਗਤ ਅਬਾਸਨ ਕੀਜੇ ਸਤਿਗੁਰੂ ਭਾਖਾ ਮਹਾਰਾਜ ਸਾਹਿਬ ਜੀ ਨੇ ਆਖਿਆ ਨਾਲ ਪਰਮਾਤਮਾ ਦੀ ਭਗਤੀ ਵੀ ਕਰਨੀ ਹੈ ਤੇ ਇਹਨਾਂ ਦੁਨਿਆਵੀ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਤੁਸੀਂ ਭਗਤੀ ਦਾ ਉਪਦੇਸ਼ ਵੀ ਕਰਨਾ। ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਅੰਦਰੋਂ ਭਗਤੀ ਦਾ ਉਪਦੇਸ਼ ਜ਼ਰੂਰ ਹੋਣਾ ਚਾਹੀਦਾ ਹੈ। ਨਾਲ ਆਪ ਸਿਮਰਨ ਕਰਨਾ ਹੈ ਤੇ ਨਾਲ ਸੰਗਤ ਨੂੰ ਇਹ ਗੱਲ ਕਹਿਣੀ ਆ ਕਿ ਤੁਸੀਂ ਰੋਜ਼ ਸਿਮਰਨ ਕਰਿਆ ਕਰੋ। ਮਹਾਰਾਜ ਸਾਹਿਬ ਜੀ ਨੇ ਅੱਗੇ ਵੀ ਬਚਨ ਕੀਤੇ। ਆਪਾਂ ਕੱਲ ਸੁਣਾਂਗੇ ਵੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਪੁੱਛਦੇ ਆ ਵੀ ਮਹਾਰਾਜ ਚਲੋ ਬਾਕੀ ਤੇ ਸਾਰੀਆਂ ਗੱਲਾਂ ਠੀਕ ਆ, ਉਹਨਾਂ ਤੁਰਕ ਦੇ ਨਾਲ ਸਾਡੇ ਘਰ ਦਾ ਬੜਾ ਵੱਡਾ ਬਖੇੜਾ, ਜੇ ਗੱਲ ਆ ਪਏ ਤੇ ਫਿਰ ਕੀ ਕਰਨਾ। ਇਹ ਆਪਾਂ ਕੱਲ ਵਿਚਾਰ ਕਰਾਂਗੇ ਸਾਰੀ ਡਿਟੇਲ ਉਹਨਾਂ ਕਿੱਦਾਂ ਪੁੱਛੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੱਦਾਂ ਜਵਾਬ ਦਿੱਤਾ ਤੇ ਸ੍ਰੀ ਗੁਰੂ ਮਹਾਰਾਜ ਨੇ ਆਪਣੇ ਪੰਜ ਭੂਤਕ ਸਰੀਰਾਂ ਨੂੰ ਕਿੱਦਾਂ ਦਿੱਤਾ। ਅੱਜ ਆਪ ਜੀ ਨੇ ਕਿਰਪਾ ਕਰਕੇ ਨਿਗੇ ਬੇਨਤੀਆਂ ਪਰਵਾਰ ਕਰ ਲੈਣੀਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਸਵਾਗਤ ਗੁਰੂ ਘਰ ਵੱਲੋਂ ਜੀ ਆਇਆਂ ਨੂੰ। ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਪਰਵਾਰ ਕਰਨ, ਦਰੋਂ ਕਰੋ ਨਾਮ ਤੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ, ਨਿਤਨੇਮ ਵਿੱਚ ਪ੍ਰਪੱਕਤਾ ਬਖਸ਼ਿਸ਼ ਕਰਨ। ਇਹ ਸਾਡੇ ਗੁਰੂ ਚਰਨਾਂ ਚ ਅਰਦਾਸ ਕੇ ਉਹਨਾਂ ਭੁੱਲਾਂ ਦੀ ਖਿਮਾ ਪਤੇ ਬੁਲਾਵਾ ਕੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਚੱਦਰ ਦਾ ਕਰੀ ਗੁਰੂ ਦੀ